बहुत अजीब सी कि डेडलॉक खत्म हो गई ते डेडलॉक खत्म किया किसानां ने। टाइम दिता 29 दसंबर 11 बजे और मैं कहा सी कि किसानां ने इस बार वक्त दे के वक्त पाता सरकार नूं। 4 सूत्री प्रोग्राम एजेंडा भी नाल देता और एजेंडा भी अजिहा कि जिहते सरकार नूं कई बारी सोचना पवे। जिवें पहली आइटम एजेंडे दी कहंदे कि ये दसो कि जिहड़े काले किन्ने कानून ने इन्हां नूं किवें रिपील करोगे, इन्हां दे रद्द करन दा प्रोसीजर दसो सानूं। ये नहीं कहा कि रद्द करो, प्रोसीजर दसो, विधि दसो किवें रद्द करन जा रहे हो, की सैशन बुला के करने, नोटिफिकेशन करनी है, आर्डीनेंस जारी करना है, किवें करना है, ये ते गल करांगे। ते दूजी गल भी इस तरह की कि सानू ये विधि भी दसो कि MSP ते गारंटी किवें देवोगे। ते इसे तरह बाकी दोने गल्लां जिहड़ा पराली नूं साड़न वाला कह लो जां जिहड़ी है पोल्यूशन वाला बिल ते बिजली वाले बिल ते उन्होंने सरकार तो पुछया कि की करन जा रहे हो। सो एजेंडा नाल 4 निकाती एजेंडा 4 बिंदुआं ते कहंदे सी गल करांगे। सरकार नूं ये एजेंडा दे के ਜਿਹੜੀਆਂ किसान जथेबंदियां ने एक गल होर की, उन्होंने ये आस नहीं कि सरकार मन्नूगी, इस करके उन्होंने ट्रैक्टर मार्च का 30 का सद्दा भी देता। हुण सरकार की कर रही है, ये अजीब किस्म की गतकेबाजी चल रही है, लोगों नूं दस्सण लई कि असीं तैयार हाँ। सरकार ने हुण ये कीता है कि 29 की बजाय 30 दसंबर नूं 2 बजे मीटिंग रख ली। पहला सरकार 2 चिट्ठियां च कह रही सी तुसी दसो समा ते मिति, हुण जदों किसानां ने दसती फिर उन्हां ते नहीं चले, फिर उन्होंने फिर आप मिति ते समा दस्या, मिति दसी है 30 दसंबर, समा दिता 2 बजे। ते दूजे पासे 30 नूं किसानां ने जिहड़ा है पैरी फेरी ते दिल्ली ते एक ट्रैक्टर मार्च जिहड़ा है वो ਦਾ ਸੱਦਾ ਦਿੱਤਾ ਹੋਇਆ ਹੈ। ਕੀ ਕਰਨਗੇ ਕਿਸਾਨ, ਜਾਣਗੇ ਨਹੀਂ ਜਾਣਗੇ ਜਾਂ ਟਰੈਕਟਰ ਮਾਰਚ ਅੱਗੇ ਪਾਉਣਗੇ, ਮੀਟਿੰਗ ਬਾਰੇ ਕੀ ਕਰਨਗੇ, ਉਹਦੇ ਬਾਰੇ ਮੀਟਿੰਗ ਸ਼ੁਰੂ ਹੋਣ ਵਾਲੀ ਹੈ ਸਿੰਘੂ ਬਾਰਡਰ ਤੇ ਕਿਸਾਨ ਜਥੇਬੰਦੀਆਂ ਦੀ। ਇਹ ਤੇ ਅਸੀਂ ਚਰਚਾ ਕਰਨੀ ਹੈ ਕਿ ਕੋਈ ਆਸ ਹੈ ਜੇ ਕੁਝ ਚੱਲ ਰਿਹਾ ਜਾਂ ਸਿਰਫ ਖਾਨਾ ਪੂਰਤੀ ਹੋ ਰਹੀ ਹੈ। ਇਹ ਚਰਚਾ ਆਪਾਂ ਕਰਦੇ ਹਾਂ ਤੇ ਚਰਚਾ ਕਰਨ ਲਈ ਜਿਹੜੇ ਮਹਿਮਾਨ ਸਾਡੇ ਨਾਲ ਹੁਣੇ ਵਕਤ ਜੁੜੇ ਨੇ ਉਹਨਾਂ ਦਾ ਤਾਰਫ ਕਰਾਵਾਂ। ਡਾਕਟਰ ਕਰਮਜੀਤ ਸਿੰਘ ਸਿੱਧੂ ਸਾਹਿਬ ਨੇ ਪ੍ਰੋਫੈਸਰ डिफेंस स्टडी ਦੇ ਰਹੇ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ, ਰਜਿਸਟਰਾਰ ਰਹੇ ਨੇ ਔਰ ਅੱਜ ਉਹ ਨਿਰਪੱਖ ਟਿੱਪਣੀਕਾਰ ਦੇ ਤੌਰ ਤੇ ਸਾਡੇ ਨਾਲ ਜੁੜ ਰਹੇ ਨੇ। ਨੌਜਵਾਨ ਕਾਂਗਰਸੀ ਨੇਤਾ ਰੂਬੀ ਗਿੱਲ ਸਾਡੇ ਨਾਲ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਸਾਹਿਬ ਸਾਡੇ ਇਸ ਪ੍ਰੋਗਰਾਮ ਸ਼ਾਮਲ ਨੇ ਔਰ ਨਵਦੀਪ ਸੰਘਾ ਆਮ ਆਦਮੀ ਪਾਰਟੀ ਵੱਲੋਂ ਸ਼ਾਮਲ ਨੇ। ਭਾਰਤੀ ਜਨਤਾ ਪਾਰਟੀ ਨੂੰ ਅਸੀਂ ਸੱਦਿਆ ਸੀ, ਜਿਵੇਂ ਅੱਜ ਕੱਲ੍ਹ ਅਕਸਰ ਭਾਰਤੀ ਜਨਤਾ ਪਾਰਟੀ ਅਜਿਹੇ ਮੁੱਦਿਆਂ ਤੋਂ ਕਿਨਾਰਾ ਕਰ ਰਹੀ ਹੈ ਗੱਲਬਾਤ ਤੋਂ, ਅੱਜ ਵੀ ਉਹਨਾਂ ਨੇ ਇਸ ਪ੍ਰੋਗਰਾਮ ਚ ਆਉਣ ਤੋਂ ਕਿਨਾਰਾ ਕਰ ਲਿਆ। ਤੁਹਾਡਾ ਸਭ ਦਾ ਸਵਾਗਤ ਜਿਹੜੇ ਆਏ ਹੋ। ਐਡਵੋਕੇਟ ਸਾਹਿਬ, ਮੈਂ ਗੱਲ ਤੁਹਾਡੇ ਤੋਂ ਸ਼ੁਰੂ ਕਰਦਾ। ਸੀਨੀਅਰਟੀ ਤੁਹਾਡੀ ਬਣਦੀ ਹੈ, ਤੁਹਾਡੇ ਤੇ ਗੱਲ ਸ਼ੁਰੂ ਕਰਦੇ ਆ। ਵਕੀਲ ਵੀ ਤੁਸੀਂ ਹੋ ਔਰ ਕੀ ਟਿੱਪਣੀ ਹੈ? ਬਾਲੀਆ ਸਾਹਿਬ, ਲੈਟਰ ਕੱਢਿਆ ਹੈਗਾ, ਤੁਸੀਂ ਇਹ ਲੈਟਰ ਦੀ ਇਬਾਰਤ ਦੇਖੋ। ਮੈਂ ਤੁਹਾਨੂੰ ਇਹ ਦੱਸਦਾ ਕਿ ਲੈਟਰ ਦੀ ਇਬਾਰਤ ਇਸ ਤਰ੍ਹਾਂ ਦੀ ਕਿਉਂ ਬਣੀ, ਕਿਉਂਕਿ ਜਿਹੜੀ ਲੈਟਰ ਜਿਹੜੀ ਹੈਗੀ ਹੈ ਸੈਂਟਰ ਵੱਲੋਂ ਆਈ ਸੀ ਉਹ ਬੜੀ ਡਿਪਲੋਮੈਟਿਕ ਚਿੱਠੀ ਸੀ। ਪਤਾ ਨਹੀਂ ਕਿੰਨੇ ਕਾ ਸੀਨੀਅਰ IAS ਅਫਸਰਾਂ ਨੇ ਜਿਹੜਾ ਹੈਗਾ ਲਿਖਾਈ ਸੀ। ਉਹਦੇ ਵਿੱਚ ਉਹਨਾਂ ਨੇ ਇਹ ਲਿਖਿਆ ਕਿ ਜੀ ਤੁਸੀਂ ਦੱਸੋ ਤੁਸੀਂ ਹੋਰ ਕਿਹੜੀਆਂ ਕਿਹੜੀਆਂ ਜਿਹੜੀਆਂ ਹੈਗੀਆਂ ਇਹਦੇ ਵਿੱਚ ਚੇਂਜਾਂ ਕਰਨੀਆਂ ਚਾਹੁੰਦੇ ਆ। ਨੰਬਰ 1। ਨੰਬਰ 2, ਉਹਨਾਂ ਨੇ ਇਹ ਗੱਲ ਕਰੀ ਸੀ ਕਿ ਵੀ ਜਿਹੜੇ ਤੁਸੀਂ ਤੁਹਾਡਾ ਜਗ੍ਹਾ ਤੁਹਾਡਾ ਟਾਈਮ ਜਦੋਂ ਤੁਸੀਂ ਮੀਟਿੰਗ ਕਰਨੀ ਚਾਹੁੰਦੇ ਆ ਉਸ ਹਿਸਾਬ ਨਾਲ ਅਸੀਂ ਜਿਹੜਾ ਹੈਗਾ ਕਰਾਂਗੇ। ਹੁਣ ਦੇਖੋ, ਅੱਜ ਕਿਸਾਨਾਂ ਨੇ ਜਿਹੜੀ ਚਿੱਠੀ ਲਿਖੀ ਹੈਗੀ ਆ ਉਹਨਾਂ ਨੇ ਉਸ ਨੂੰ ਵਕਤ ਦੇ ਵਿੱਚ ਪਾਤਾ ਇਹਨਾਂ ਨੂੰ ਕਿ ਉਹਨਾਂ ਨੇ ਲਿਖਿਆ ਸਿੱਧਾ ਇਹ ਕਿ ਜਿਹੜੇ ਇਹ 3 ਕਾਨੂੰਨ ਹੈਗੇ ਆ ਇਹਨਾਂ ਨੂੰ ਰਿਪੀਲ ਕਰਨ ਦਾ ਪ੍ਰੋਸੀਜਰ ਕੀ ਹੈਗਾ। ਦੇਖੋ, ਬਿਲਕੁਲ ਸਿੱਧੀ ਔਰ ਕਰਾਰੀ ਚੋਟ ਇਹ ਹੈਗੀ ਆ
ਕਿ ਸਾਰੇ ਦੇ ਸਾਰੇ ਬਿੱਲ ਤੁਹਾਨੂੰ ਕੈਂਸਲ ਕਰਨੇ ਪੈਣੇ, ਰਿਪੀਲ ਕਰਨੇ ਪੈਣੇ ਆ, ਔਰ ਤੁਹਾਨੂੰ ਜਿਹੜਾ ਹੈਗਾ ਇਹਦੀ ਵਿਧੀ ਦੱਸੋ। ਔਰ ਇਹ ਸਿਰੇ ਤੇ ਜਾ ਕੇ ਲਾਸਟ ਗੱਲ ਦੱਸਦੀ। ਔਰ ਮੈਨੂੰ ਇਹ ਲੱਗਦਾ ਹੈਗਾ ਕਿ ਹੁਣ ਜਿਹੜੀ ਹੈਗੀ ਹੈ ਬੀਜੇਪੀ ਨੂੰ ਇਹ ਸੋਚਣਾ ਪਊਗਾ ਕਿ ਇਸ ਮੀਟਿੰਗ ਦਾ ਉਹਨਾਂ ਦਾ ਏਜੰਡਾ ਕੀ ਹੋਊਗਾ। ਹੁਣ ਦੂਜੀ ਗੱਲ ਜਿਹੜੀ ਹੈਗੀ ਹੈ ਟਰੈਕਟਰ ਮਾਰਚ। ਦੇਖੋ ਟਰੈਕਟਰ ਮਾਰਚ ਮੈਨੂੰ ਲੱਗਦਾ ਕਿ ਕਿਸਾਨਾਂ ਨੂੰ ਇਹਨਾਂ ਨੂੰ ਭੱਜਣ ਨਹੀਂ ਦੇਣਾ ਚਾਹੀਦਾ। ਬੇਸ਼ੱਕ ਟਰੈਕਟਰ ਮਾਰਚ ਹੈ ਜਿਹੜਾ ਉਹ ਅੱਗੇ ਪਿੱਛੇ ਕੀਤਾ ਜਾ ਸਕਦਾ, ਪਰ ਇਹਨਾਂ ਨੂੰ ਮੀਟਿੰਗ ਤੋਂ ਨਹੀਂ ਹੁਣ ਭੱਜਣ ਦੇਣਾ ਚਾਹੀਦਾ ਤਾਂ ਕਿ ਲੋਕਾਂ ਦੇ ਸਾਹਮਣੇ ਇਹ ਸਾਰੀ ਗੱਲ ਆਵੇ। ਦੂਜੀ ਗੱਲ ਜਿਹੜੀ ਹੈਗੀ ਆ ਕਿਸਾਨਾਂ ਨੇ ਜਿਹੜਾ ਪ੍ਰਸਤਾਵਿਤ ਬਿੱਲ ਹੈਗਾ, ਜਿਹੜਾ ਬਿਜਲੀ ਦਾ ਮਤਲਬ ਜਿਹੜਾ ਹੈਗਾ ਐਕਟ ਲਿਆ ਰਹੇ ਹੈਗੇ ਆ, ਉਸ ਬਾਰੇ ਵੀ ਕਿਹਾ ਕਿ ਇਹਦੇ ਬਾਰੇ ਦੱਸੋ ਤੁਹਾਡੀ ਰਣਨੀਤੀ ਕੀ ਹੈਗੀ ਆ। ਸੋ ਮੈਂ ਇਹ ਸਮਝਦਾ ਹੈਗਾ ਕਿ ਇਹ ਬਹੁਤ ਹੀ ਸਿਆਣੀ, ਅੱਜ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਕਿਸਾਨ ਬਹੁਤ ਸਿਆਣਾ ਹੋ ਗਿਆ, ਬਹੁਤ ਇੰਟੈਲੀਜੈਂਟ ਹੈਗਾ। ਕਿਸਾਨ ਨੂੰ ਇੱਕ ਕਨਸਟੀਟਿਊਸ਼ਨ ਲੈਵਲ ਤੇ ਇਹ ਪਤਾ ਹੈਗਾ ਕਿ ਕਨਸਟੀਟਿਊਸ਼ਨ ਦੇ ਵਿੱਚ ਸਾਡੇ ਰਾਈਟ ਕੀ ਹੈਗੇ ਆ, ਸਟੇਟ ਦੇ ਰਾਈਟ ਕੀ ਹੈਗੇ ਆ, ਸੈਂਟਰ ਦੇ ਰਾਈਟ ਕੀ ਹੈਗੇ ਆ। ਸੋ ਹੁਣ ਮੈਨੂੰ ਨਹੀਂ ਲੱਗਦਾ ਹੈਗਾ ਕਿ ਹੁਣ ਬੀਜੇਪੀ ਕਿਸੇ ਪਾਸੇ ਨੂੰ ਭੱਜ ਸਕੂਗੀ। ਅਗਲੀ ਗੱਲ ਮੈਂ ਤੁਹਾਨੂੰ ਇਹ ਦੱਸਦਾ, ਪਰ ਜਿਹੜੀ ਤੁਸੀਂ ਪੁੱਛਿਆ ਹੈਗਾ ਕਿ ਇਹਦੇ ਤੋਂ ਤੁਹਾਨੂੰ ਕੀ ਆਸ ਹੈਗੀ ਆ, ਦੇਖੋ ਵਾਲੀਆ ਸਾਹਿਬ ਮੈਨੂੰ ਕੋਈ ਆਸ ਨਹੀਂ ਹੈਗੀ, ਕਿਉਂਕਿ ਸੈਂਟਰ ਦੀ ਜਿਹੜੀ ਸਰਕਾਰ ਹੈਗੀ ਆ ਬਹੁਤ ਹੀ ਸ਼ਾਤਰ ਸਰਕਾਰ ਹੈਗੀ ਆ। ਉਹਨਾਂ ਨੇ ਕੁਝ ਜਿਹੜੇ ਹੈਗੇ ਸਟੇਟ ਦੇ ਵਿੱਚ ਇਹੋ ਜਿਹੇ ਬੰਦੇ ਰੱਖੇ ਹੋਏ ਹੈਗੇ ਆ ਜਿਹੜੇ ਆਪ ਹੀ, ਦੇਖੋ ਸਟੇਟ ਦੇ ਜਿਹੜੇ ਬੰਦੇ ਹੈਗੇ ਆ ਉਹਨਾਂ ਨੂੰ ਚਾਹੀਦਾ ਇਹ ਸੀ ਕਿ ਅਸੀਂ ਵਿੱਚ ਇੱਕ ਕੜੀ ਦਾ ਕੰਮ ਕਰੀਏ, ਪਰ ਉਹ ਕੜੀ ਦਾ ਕੰਮ ਕਰਨ ਦੀ ਬਜਾਏ ਇਹਨਾਂ ਕਿਸਾਨਾਂ ਨੂੰ ਕਦੇ ਗੁੰਡੇ ਦੱਸਦੇ ਆ, ਕਦੇ ਇਹਨਾਂ ਨੂੰ ਨਕਸਲੀ ਦੱਸਦੇ ਆ, ਕਦੇ ਇਹਨਾਂ ਨੂੰ ਅਤਰਾਦੀ ਦੱਸਦੇ ਆ, ਕਦੇ ਮਾਓਵਾਦੀ ਦੱਸਦੇ ਆ, ਕਦੇ ਪਾਕਿਸਤਾਨ ਦਾ ਹੱਥ ਦੱਸਦੇ ਆ, ਕਦੇ ਚਾਈਨਾ ਦਾ ਹੱਥ ਦੱਸਦੇ ਆ। ਸੋ ਉਹ ਲੋਕਾਂ ਦੇ ਅੰਦਰ ਜਿਹੜੀ ਹੈਗੀ ਆ ਉਹਨਾਂ ਨੂੰ ਛੱਡਿਆ ਬਈ ਇਸ ਵਾਸਤੇ ਹੈਗਾ ਕਿ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਹਾਲਾਤ ਬਣਾ ਕੇ ਰੱਖੋ ਕਿ ਜਿਹੜੇ ਲੋਕ ਹੈਗੇ ਆ ਲੋਕਾਂ ਦੇ ਵਿੱਚ ਪੱਟਣ ਵਾਲੀ ਨੀਤੀ ਹੋਵੇ। ਪਰ ਇਹ ਜਿਹੜੀ ਗੱਲ ਹੈਗੀ ਆ ਸਾਰੀ ਖਤਮ ਹੋ ਚੁੱਕੀ ਆ। ਅੱਜ ਹਰਿਆਣਾ ਔਰ ਪੰਜਾਬ ਬੜੇ ਭਾਈ ਛੋਟੇ ਭਾਈ ਵਾਲੀ ਗੱਲ ਕਰ ਰਿਹਾ ਹੈਗਾ। ਅੱਜ ਉੱਤਰਾਖੰਡ ਤੋਂ ਜਿਹੜੇ ਹੈਗੀਆਂ ਗੱਡੀਆਂ ਤੁਰਨੀਆਂ ਸ਼ੁਰੂ ਹੋ ਗਈਆਂ, ਰਾਜਸਥਾਨ ਤੋਂ। ਮੈਂ ਇੱਕ ਗੱਲ ਵਾਲੀਆ ਸਾਹਿਬ ਦੱਸੂਗਾ, ਜਿਹੜੀਆਂ ਨੀਤੀਆਂ ਇਹਨਾਂ ਨੇ ਪਿੱਛੇ ਜਿਹੜਾ ਹੈਗਾ ਇਤਿਹਾਸ ਦੇ ਵਿੱਚ ਦੁਹਰਾਈਆਂ ਉਹੀ ਅੱਜ ਇਹਨਾਂ ਦੇ ਮੂਹਰੇ ਆ ਰਹੀਆਂ ਹੈਗੀਆਂ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਦੋਂ 7 ਮਹੀਨੇ ਦਾ ਘੇਰਾ ਆਨੰਦਪੁਰ ਸਾਹਿਬ ਦੇ ਵਿੱਚ ਪਾਇਆ, ਉਸ ਟਾਈਮ ਦੇ ਉੱਤੇ ਆਟੇ ਦੀ ਗਊ ਮੂਹਰੇ ਰੱਖ ਕੇ ਕਸਮਾਂ ਖਾਧੀਆਂ ਕਿ ਅਸੀਂ ਤੁਹਾਡੇ ਤੇ ਵਾਰ ਨਹੀਂ ਕਰਾਂਗੇ। ਅੱਜ ਰਾਜਸਥਾਨ ਵਾਲਿਆਂ ਨੇ ਗਊਆਂ ਦਾ ਬੱਗ ਮੂਹਰੇ ਕਰਤਾ ਵੀ ਲਓ ਚਲਾਓ ਗੋਲੀ, ਗਊਆਂ ਪਰ ਚਲਾਓ, ਜਿਹਨੇ ਚਲਾਉਣੀ ਹੈਗੀ ਉਹੀ ਗਊਆਂ ਉਹਨਾਂ ਨੇ ਮੂਹਰੇ ਕਰਤੀਆਂ। ਸੋ ਮੈਂ ਇਹ ਸਮਝਦਾ ਹੈਗਾ ਕਿ ਮੈਨੂੰ ਆਸ ਇਸ ਛਾਤਰ ਕਲਾਸ ਤੋਂ ਨਹੀਂ ਹੈਗੀ, ਇਹ ਮੰਨਣਗੇ ਪਰ ਇੱਕ ਬਹੁਤ ਕਿ ਜਿਹੜਾ ਇਹ SYL ਦੀ ਗੱਲ ਕਰ ਰਹੇ ਨੇ ਇਹ ਖੱਟੜ ਸਾਹਿਬ ਨੂੰ ਕਰਨੀ ਨਹੀਂ ਬਣਦੀ, ਕਿਉਂਕਿ SYL ਜਿਹੜੀ ਹੈ ਇਹ ਕਿਸਾਨਾਂ ਨੇ ਨਹੀਂ ਬਣਾਉਣੀ, ਇਹ ਬਣਾਉਣੀ ਹੈ ਸਰਕਾਰ ਨੇ। ਤੇ ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਦਾ ਮੁੱਦਾ ਛੱਡ ਕੇ ਤੁਸੀਂ ਦੋਨਾਂ ਦੇ ਵਿੱਚ ਜਿਹੜੇ ਹੈ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਇਹ ਗਲਤ ਕਰ ਰਹੇ ਹੋ। ਭੁਪਿੰਦਰ ਹੁੱਡਾ ਨੇ ਇਹ ਵੀ ਗੱਲ ਕੀਤੀ ਹੈ ਕਿ ਅਸੀਂ ਹਰ ਤਰ੍ਹਾਂ ਨਾਲ ਜਿਹੜਾ ਹੈ ਹਰਿਆਣਾ ਸਾਡਾ ਪ੍ਰੋਗਰਾਮ ਹੈ, ਇੰਡੀਆ ਦੇ ਦਰਸ਼ਕ 10:45 ਵਜੇ ਅੱਜ ਰਾਤ ਨੂੰ ਦੇਖ ਸਕਣਗੇ। ਨਾਰਥ ਅਮਰੀਕਾ ਦੇ ਦਰਸ਼ਕ ਹੁਣੀ ਸਾਡੇ ਨਾਲ ਜੁੜੇ ਰਹਿ ਸਕਦੇ ਨੇ ਔਰ YouTube ਤੇ Facebook ਤੇ ਵੀ ਤੁਸੀਂ ਸਾਡੇ ਨਾਲ ਜੁੜੇ ਰਹਿ ਸਕਦੇ ਹੋ। ਲੈਣੀ ਹੈ ਇੱਕ ਬ੍ਰੇਕ। ਬ੍ਰੇਕ ਤੋਂ ਬਾਅਦ ਤੁਹਾਡਾ ਫੇਰ ਸਵਾਗਤ। ਰੂਬੀ ਗਿੱਲ ਸਾਹਿਬ, ਕਾਂਗਰਸ ਪਾਰਟੀ ਜੋ ਕੁਛ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਸਾਹਿਬ ਦੱਸ ਕੇ ਗਏ ਨੇ ਤੇ ਕਿਤੇ ਨਾ ਕਿਤੇ ਬੜਾ ਸਖਤ ਸ਼ਬਦਾਂ 'ਚ ਉਹਨਾਂ ਨੇ ਇਹ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਕੁਝ ਬੰਦਿਆਂ ਨੂੰ ਛੱਡਿਆ ਹੋਇਆ ਹੈ। ਖਾਸ ਤੌਰ ਤੇ ਨੇ ਉਹਨਾਂ ਨੇ ਇਸ਼ਾਰਾ ਕੀਤਾ ਪੰਜਾਬ ਵੱਲ ਨੂੰ ਕਿ ਜਿਨ੍ਹਾਂ ਦਾ ਕੰਮ ਜਾਂ ਤਾਂ ਕਿਸਾਨਾਂ ਨੂੰ ਗਾਲਾਂ ਕੱਢਣਾ ਹੈ, ਅਰਬਨ ਨਕਸਲੀ ਕਹਿਣਾ ਜਾਂ ਮਾਓਵਾਦੀ ਕਹਿਣਾ, ਖਾਲਿਸਤਾਨੀ ਕਹਿਣਾ, ਤੇ ਜਾਂ ਫਿਰ ਇਹ ਦੱਸਣਾ ਕਿ ਹਰ ਹਾਲ 'ਚ ਕਾਨੂੰਨ ਲਾਗੂ ਹੋਣਗੇ, ਰਿਪੀਲ ਨਹੀਂ ਹੋਣਗੇ, ਭਾਵੇਂ ਉਹਨਾਂ ਦਾ ਸੋਸ਼ਲ ਬਾਈਕਾਟ ਦਾ ਵੀ ਸੱਦਾ ਆ ਗਿਆ। ਇਹ ਸਾਰੀ ਗੱਲ ਦੇ ਵਿੱਚ ਕੈਪਟਨ ਸਾਹਿਬ ਨੇ ਵੀ, ਗਿੱਲ ਸਾਹਿਬ ਤੁਹਾਡੇ ਪਾਰਟੀ ਲੀਡਰ ਨੇ, ਚਲੋ ਪੰਜਾਬ ਦੇ ਮੁੱਖ ਮੰਤਰੀ ਸਭ ਦੇ ਮੁੱਖ ਮੰਤਰੀ ਹੁੰਦਾ, ਉਹਨਾਂ ਨੇ ਵੀ ਕਿਹਾ ਇਹ ਬੰਦ ਕਰੋ ਕੰਮ, ਅਸ਼ਵਨੀ ਸ਼ਰਮਾ ਨੂੰ ਬਦਨਾਮ ਕਰ ਰਹੇ ਹੋ ਤੁਸੀਂ ਕਿਸਾਨਾਂ ਨੂੰ। ਇਹ ਸਾਰੀ ਗੱਲ ਦੇ ਹਵਾਲੇ ਨਾਲ ਤੁਹਾਡੀ ਪਾਰਟੀ ਵੱਲੋਂ
ਔਰ ਕਿੰਨੀ ਕੁ ਆਸ ਤੁਸੀਂ ਰੱਖਦੇ ਹੋ ਜੋ ਅੱਜ ਇਹ ਚਾਲ ਚੱਲੀ ਹੈ 30 ਮਾਰਚ ਦਾ ਟਰੈਕਟਰ ਮਾਰਚ ਫੇਲ ਕਰਨ ਲਈ 30 ਦਸੰਬਰ ਦਾ ਟਾਈਮ ਦਿੱਤਾ ਹੈ। ਕੀ ਲੱਗ ਰਿਹਾ ਹੈ ਇਹ ਸਾਰੀ ਗੱਲਬਾਤ 'ਚ ਰੂਬੀ ਗਿੱਲ ਸਾਹਿਬ ਤੁਹਾਨੂੰ? ਮੋਦੀ ਦੀ ਸਰਕਾਰ ਏਡੀ ਵੱਡੀ ਮਜਿਓਰਟੀ ਦੇ ਵਿੱਚ ਇਹਨਾਂ ਦਾ ਜਿਹੜਾ ਮਨ ਕੀ ਬਾਤ ਵੀ ਸੁਣੀਏ ਜਾਂ ਜਦੋਂ ਨਰਿੰਦਰ ਮੋਦੀ ਦਾ ਭਾਸ਼ਣ ਸੁਣਦੇ ਆ ਤੇ ਉਹਦੇ ਵਿੱਚ ਇੱਕ ਹੰਕਾਰ ਦੀ ਬੋਲਬਾਣੀ ਦਿਸਦੀ ਹੈ ਕਿ ਇਸ ਤਰੀਕੇ ਨਾਲ ਸੰਘਰਸ਼ ਨੂੰ ਜਾਣ ਬੁੱਝ ਕੇ ਲੰਮਾ ਕੀਤਾ ਜਾ ਰਿਹਾ ਹੈ। ਇਹਨਾਂ ਨੇ ਪੂਰੀ ਕੋਸ਼ਿਸ਼ ਕਰ ਲਈ, ਪੰਜਾਬੀ ਚ ਜਿਵੇਂ ਕਹਿ ਦਈਏ ਪੂਰੀ ਵਾਹ ਲਾਤੀ ਕਿਸਾਨਾਂ ਨੂੰ ਆਪਸ ਚ ਲੜਾਉਣ ਦੀ। SYL ਦਾ ਵੀ ਤੁਸੀਂ ਹੁੱਡਾ ਸਾਹਿਬ ਦੇ ਬਿਆਨ ਦਾ ਜ਼ਿਕਰ ਕੀਤਾ ਕਿ ਕਿਸਾਨਾਂ ਦਾ ਉੱਥੇ ਬਿਆਨ, ਕਿਸਾਨਾਂ ਨੇ ਬਿਆਨ ਦਿੱਤੇ ਵੀ ਕੋਈ ਨਹੀਂ, ਹਰਿਆਣਾ ਸਾਡਾ ਛੋਟਾ ਭਰਾ ਹੈ ਤੇ ਪੰਜਾਬ, ਹਰਿਆਣੇ ਵਾਲਿਆਂ ਕਿਹਾ ਪੰਜਾਬ ਸਾਡਾ ਵੱਡਾ ਭਰਾ ਹੈ ਤੇ ਅਸੀਂ ਬਹਿ ਕੇ ਕਰ ਲਾਂਗੇ, ਸਾਨੂੰ ਲੀਡਰਾਂ ਦੀ ਲੋੜ ਨਹੀਂ। ਕਿ ਇੰਨੀ ਅਵੇਅਰਨੈਸ ਮੈਂ ਸਮਝਦਾ ਵੀ ਜਿਹੜੇ ਪੰਜਾਬ ਦੇ ਨੌਜਵਾਨ ਤੇ ਕਿਸਾਨਾਂ ਚ ਆਈ ਹੈ। ਹਮੇਸ਼ਾ ਸਾਨੂੰ ਦਾਤਰੀਆਂ ਵਾਲੇ ਤੇ ਕਈਆਂ ਵਾਲੇ ਕਿਹਾ ਜਾਂਦਾ ਸੀ, ਪਰ ਉੱਥੇ ਜਿਹੜੇ ਕਿਸਾਨ ਮਜ਼ਦੂਰ ਬੈਠੇ ਆ, ਕੋਈ ਉਹਨਾਂ ਚ ਕਿਸਾਨਾਂ ਦੇ ਪੁੱਤ ਨੇ, ਕੋਈ IAS ਰਿਟਾਇਰ ਹੈ, ਕੋਈ IPS ਰਿਟਾਇਰ ਹੈ, ਵੱਡੇ ਵੱਡੇ ਆਫੀਸਰ ਬੈਠੇ ਆ, ਐਡਵੋਕੇਟ ਬੈਠੇ ਆ। ਇਸ ਤਰੀਕੇ ਨਾਲ ਲੰਮਾ ਸੰਘਰਸ਼ ਜਿਵੇਂ ਚੱਲਿਆ ਤੇ ਮੈਂ ਸਮਝਦਾ ਕਿਸਾਨ ਯੂਨੀਅਨ ਵੀ ਕਾਬਲੀਏ ਤਾਰੀਫ ਹੈ, ਕਿੰਨੀ ਸ਼ਾਂਤਮਈ ਢੰਗ ਨਾਲ, ਚਾਹੇ ਉਹ ਮੈਂ ਨਾਲ ਸਾਰਿਆਂ ਦੇ ਤਾਂ ਜਾਣਦਾ ਨਹੀਂ, ਦਰਸ਼ਨਪਾਲ ਜੀ ਨੇ ਜਾਂ ਰਾਜੇਵਾਲ ਸਾਹਿਬ ਨੇ ਜਾਂ ਉਗਰਾਹਾਂ ਸਾਹਿਬ ਨੇ, ਵੀ ਉਹਨਾਂ ਦਾ ਇੱਕ ਇੱਕ ਜਿਹੜਾ ਬੋਲ ਹੁੰਦਾ ਹੈ ਬੜਾ ਮਿਣ ਕੇ ਤੇ ਬੜੀ ਵਾਜਬ ਗੱਲ ਕੀਤੀ ਜਾਂਦੀ ਹੈ। ਗੱਲ ਇਹ ਹੈ ਜਿੱਥੇ 6 ਮੀਟਿੰਗਾਂ ਹੋ ਗਈਆਂ, ਚਲੋ ਜੈਣੀ ਸਾਹਿਬ ਵੀ ਸਾਡੇ ਗਵਾਂਢੀ ਨੇ, ਕਟਹਿੜਾ ਉਹਨਾਂ ਦਾ ਪਿੰਡ ਹੈ, ਫਾਜ਼ਿਲਕਾ ਦੀ ਨੁਮਾਇੰਦਗੀ ਕਰਦੇ BJP ਦੀ, ਉਹਨਾਂ ਦੇ ਵੀ ਘਰ ਦੇ ਬਾਹਰ ਕਿਸਾਨ ਯੂਨੀਅਨਾਂ ਨੇ ਪੱਕੇ ਡੇਰੇ ਲਾਤੇ ਆ। BJP ਦੀ ਪੰਜਾਬ ਯੂਨਿਟ ਨੂੰ ਸਟੈਂਡ ਲੈ ਲੈਣਾ ਚਾਹੀਦਾ ਸੀ ਜੇ ਪਹਿਲੇ ਦਿਨ ਤੋਂ ਇਹ ਤਕੜੇ ਹੋ ਕੇ ਉੱਥੇ ਕਿਸਾਨਾਂ ਦੀ ਪੈਰਵਾਈ ਕਰਦੇ, ਪਰ ਇਹਨਾਂ ਦੇ ਤਰੁਣ ਚੁੱਗ ਹੋਣੀ, ਅਸ਼ਵਨੀ ਸ਼ਰਮਾ ਹੋਣੀ ਉੱਥੇ ਜਾ ਕੇ ਕਿਸਾਨਾਂ ਦੀ ਬੇਇੱਜ਼ਤੀ ਕਰਵਾਉਂਦੇ ਰਹੇ। ਪਹਿਲੀ ਮੀਟਿੰਗ ਹੋਈ ਕਿਸ ਤਰੀਕੇ ਨਾਲ, ਕਿਸੇ ਨੂੰ ਚਾਹ ਪਾਣੀ ਵੀ ਨਹੀਂ ਪੁੱਛਿਆ ਗਿਆ, ਕਿ ਸਰਕਾਰੀ ਅਫਸਰਾਂ ਨੂੰ ਉੱਥੇ ਭੇਜ ਦਿੱਤਾ ਗਿਆ। ਹੁਣ ਗੱਲ ਇਹ ਬਣਦੀ ਸੀ, ਦੇਖੋ ਠੰਡ ਦਾ ਮੌਸਮ ਹੈ, ਕਹਿਰ ਦੀ ਠੰਡ ਹੈ, ਸਾਹਿਬਜ਼ਾਦਿਆਂ ਦੀ ਜਿਹੜੇ ਸ਼ਹਾਦਤਾਂ ਦੇ ਦਿਨ ਨੇ, ਮੈਂ ਸਮਝਦਾ ਵੀ ਕਿਸਾਨ ਕਿਸ ਤਰੀਕੇ ਨਾਲ ਉੱਥੇ 90 ਸਾਲਾਂ ਦੇ ਬਜ਼ੁਰਗ ਆ ਜਿਹੜੇ ਹਰ ਰੋਜ਼ ਕਿਸੇ ਨਾ ਕਿਸੇ ਦੀ ਉੱਥੇ ਜਿਹੜੇ ਕੋਈ ਸ਼ਹੀਦੀ ਪਾ ਰਿਹਾ, ਕੋਈ ਨੌਜਵਾਨ ਕਿਸੇ ਹਾਦਸੇ ਦੇ ਵਿੱਚ, ਇਹ ਜਿਹੜੀ ਹੈ ਬੜੀ ਮੰਦਭਾਗੀ ਗੱਲ ਹੈ। ਗੱਲ ਇਹ ਮੁੱਕਦੀ ਹੈ ਵੀ ਨਵਾਂ ਸਾਲ ਕਿਸਾਨਾਂ ਨੂੰ ਬਿਲਕੁਲ ਘਰੇ ਮਨਾਉਣਾ ਚਾਹੀਦਾ, ਪਰ BJP ਦਾ ਜਿਹੜਾ ਹੰਕਾਰੀ ਰਵੱਈਆ ਹੈ, ਜਿਹੜਾ ਔਰੰਗਜ਼ੇਬ ਵਾਲਾ, ਜਿਹੜਾ ਇਸ ਸ਼ਾਇਦ ਮੁਗਲਾਂ ਨੇ ਵੀ ਉਦੋਂ ਇੰਨਾ ਜ਼ੁਲਮ ਨਹੀਂ ਕੀਤਾ ਹੋਊਗਾ ਜਿੰਨਾ ਅੱਜ ਨਰਿੰਦਰ ਮੋਦੀ ਕਰ ਰਿਹਾ ਹੈ। ਜੇ ਬਾਜ਼ਾਰ ਵੀ ਕੋਈ ਚੀਜ਼ ਲੈਣ ਜਾਈਏ ਨਾ, ਜੇ ਮਨ ਬਣਾ ਕੇ ਘਰੋਂ ਚਲੇ ਜਾਈਏ ਤੇ ਆਪਾਂ ਉਸੇ ਵੇਲੇ ਉਹ ਗੱਲ ਨੂੰ ਪੂਰੀ ਕਰਕੇ ਆਉਣੇ ਆ। ਜੇ ਇਹਨਾਂ ਦਾ ਮਨ ਹੀ ਨਹੀਂ BJP ਦਾ ਤੇ ਮੀਟਿੰਗਾਂ ਬੁਲਾਉਣ ਦਾ ਕੋਈ ਮਕਸਦ ਨਹੀਂ ਬਣਦਾ, ਸਗੋਂ BJP ਦਾ ਤਾਂ ਇਹ ਫਰਜ਼ ਬਣਦਾ ਕਿ ਉੱਥੇ ਕਿਸਾਨਾਂ ਦੇ ਵਿੱਚ ਆ ਕੇ ਹੱਥ ਜੋੜ ਕੇ ਅਨਾਉਂਸ ਕਰ ਦੇਣ ਵੀ ਭਾਈ ਸਾਡੇ ਤੋਂ ਗਲਤੀ ਹੋ ਗਈ, ਜੇ ਕਿਸਾਨਾਂ ਨੂੰ ਇਹ ਕਾਨੂੰਨ ਨਹੀਂ ਪਸੰਦ ਗਏ ਤੇ ਇਹਨਾਂ ਕਾਨੂੰਨਾਂ ਨੂੰ ਅਸੀਂ ਰੱਦ ਕਰਦੇ ਹਾਂ। ਇੰਨੀ ਲੰਮਾ ਸੰਘਰਸ਼ ਤਾਂ ਲਿਜਾਣਾ ਨਹੀਂ ਚਾਹੀਦਾ। ਰਹਿ ਗਈ ਗੱਲ ਕੈਪਟਨ ਸਾਹਿਬ ਦੀ, ਦੇਖੋ ਬਿਲਕੁਲ ਮੈਂ ਕਾਂਗਰਸੀ ਹਾਂ, ਸਾਡੇ ਕਾਂਗਰਸ ਦੇ ਚੀਫ ਮਿਨਿਸਟਰ ਨੇ, ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਨੇ, ਲੋਕਾਂ ਨੇ ਚੁਣਿਆ ਤੇ ਉਹਨਾਂ ਨੇ ਆਪਦੀ ਭੂਮਿਕਾ ਇਹਦੇ ਵਿੱਚ ਬੜੀ ਵਧੀਆ ਅਦਾ ਕੀਤੀ ਹੈ, ਕਿਸਾਨਾਂ ਦੀ ਪਿੱਠ ਹਮੇਸ਼ਾ ਥਪਥਪਾਈ ਹੈ। ਚਲੋ ਦੂਜੀਆਂ ਓਪੋਜੀਸ਼ਨਾਂ ਵੀ ਬੈਠੀਆਂ, ਓਪੋਜੀਸ਼ਨਾਂ ਦੇ ਵੀ ਕਈ ਲੀਡਰ ਬੜੇ ਵਧੀਆ ਚੰਗੇ ਲੀਡਰਾਂ ਨੇ ਜਿਹੜੇ ਉੱਥੇ ਜਾ ਕੇ ਕਿਸਾਨਾਂ ਨੂੰ ਸਮਰਥਨ ਦਿੱਤਾ। ਉਹ ਲੜਾਈ ਹੈ ਇੱਕਜੁੱਟਤਾ ਦੀ। ਉਹ ਉਸੇ ਵੇਲੇ ਹੀ ਮੁੰਡੇ ਤੇ ਜਿਹੜੇ ਕਿਸਾਨ ਘੇਰ ਲੈਂਦੇ, ਹਾਂ ਵੀ ਦੱਸ ਕਾਕਾ ਕਿੱਥੋਂ ਆਇਆ, ਕਿਵੇਂ ਆਇਆ, ਕਿ ਮਤਲਬ ਕਿ ਲੋਕਾਂ 'ਚ ਅਵੇਅਰਨੈਸ ਹੈ। ਉਹ ਜੇ ਕਹਦੇ ਨਾ ਵੀ BJP ਬਿਆਨ ਜਾਂ ਲੋਕਾਂ ਨੂੰ ਗੁੰਮਰਾਹ ਕਰਕੇ ਕਰ ਲੂ, ਇਹ ਕਦੇ ਨਹੀਂ ਕਰ ਸਕਦੀ। ਤੇ ਇੱਕ ਮੇਰੀ ਅਪੀਲ ਹੈ ਇੱਕ ਨੌਜਵਾਨ ਹੋਣ ਦੇ ਨਾਤੇ, ਵੀ ਅਸੀਂ ਇੱਕ ਮੁਹਿੰਮ ਦਾ ਆਗਾਜ਼ ਕੀਤਾ ਜੀ, ਵੀ ਜੀਓ ਸਿਮਾਂ ਨੂੰ ਪੋਰਟ ਕਰਕੇ BSNL ਦੇ ਵਿੱਚ, ਕਿਉਂਕਿ ਅਸੀਂ ਹੋਰ ਪ੍ਰਾਈਵੇਟ ਕੋਈ ਸਿਮ ਕਾਰਡ ਤਾਂ ਨਹੀਂ ਕੀਤਾ। ਪਹਿਲਾਂ ਅੱਜ ਦੇ ਮੁੱਦੇ ਦੀ ਗੱਲ ਕਰ ਲਈ। ਗਿੱਲ ਸਾਹਿਬ ਮੈਂ ਦੁਬਾਰਾ ਆਉਣਾ ਤੁਹਾਡੇ ਕੋਲ, ਮੈਂ ਸੰਘਾ ਸਾਹਿਬ ਦੀ ਟਿੱਪਣੀ ਲੈ ਲਾਂ, ਫਿਰ ਸਿੱਧੂ ਸਾਹਿਬ ਕੋਲ ਵੀ ਜਾਣਾ ਹੈ। ਸੰਘਾ ਸਾਹਿਬ, ਗੱਲ ਇਹ ਹੈ ਕਿ ਜੋ ਮੇਰਾ ਖਿਆਲ ਹੈ ਕਿ ਆਮ ਆਦਮੀ ਪਾਰਟੀ ਦਾ ਕੋਈ ਪ੍ਰੋਬਲਮ ਨੈਟ ਦੀ ਆਈ ਹੋਈ ਹੈ, ਲੇਕਿਨ ਸਿੱਧੂ ਸਾਹਿਬ ਸਾਡੇ ਜਿਹੜੇ ਦੋਨੇ ਪੋਲੀਟੀਕਲ ਨੁਮਾਇੰਦੇ ਨੇ ਆਪਣੀ ਆਪਣੀ ਗੱਲ ਕੀਤੀ। ਰੂਬੀ ਗਿੱਲ ਦੀਆਂ ਗੱਲਾਂ ਤੋਂ ਵੀ ਇਹ ਲੱਗਦਾ ਹੈ ਕਿ ਉਹਨਾਂ ਨੂੰ ਵੀ ਕੋਈ ਖਾਸ ਆਸ ਨਹੀਂ ਹੈ ਕਿ ਹੁਣ ਤਾਂ ਜੇ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦਾ, ਅੱਜ ਮੈਨੂੰ ਯਾਦ ਆ ਰਿਹਾ, ਜੇ ਉਹਨਾਂ ਨੂੰ ਪੁੱਛਦੇ ਭਾਈ ਇਹ ਕੀ ਤੁਹਾਡੀ ਚਾਲ ਕੀ ਹੈ, ਸੁਪਰੀਮ ਕੋਰਟ ਨੂੰ ਦੱਸਣਾ ਚਾਹੁੰਦੇ ਹੋ, ਕਿਹਨੂੰ ਦੱਸਣਾ ਚਾਹੁੰਦੇ ਹੋ, ਚਿੱਠੀਆਂ ਲਿਖ ਕੇ ਕਰਨਾ ਕੀ ਚਾਹੁੰਦੇ ਹੋ, ਪਰ ਦੂਜੇ ਪਾਸੇ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਕਿੰਨੀ ਸੰਵੇਦਨਸ਼ੀਲਤਾ ਹੈ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪ੍ਰਧਾਨ ਸੇਵਕ ਨੇ, ਇਸ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਜਿਨ੍ਹਾਂ ਨੂੰ ਆਪਣੇ ਆਪ ਨੂੰ ਚੌਕੀਦਾਰ ਕਹਿੰਦੇ ਨੇ, ਕਿ ਮਨ ਕੀ ਬਾਤ ਤਾਂ ਕੀਤੀ ਲੇਕਿਨ ਇੱਕ ਗੱਲ ਵੀ ਜਿਹੜੀ ਹੈ, ਇੱਕ ਅੱਖਰ ਵੀ ਨਹੀਂ ਬੋਲਿਆ। ਜਿਹੜੇ ਕਿਸਾਨ ਸਰਦੀ 'ਚ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ,
ਤੇ ਉਹਨਾਂ ਦੇ ਬਾਰੇ ਕੋਈ ਗੱਲ ਨਹੀਂ ਕੀਤੀ। ਤੇ ਇੱਥੋਂ ਪਤਾ ਲੱਗਦਾ ਹੈ ਕਿ ਹੰਕਾਰ ਕਿਸ ਲੈਵਲ ਤੱਕ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਹ ਸਾਰੀਆਂ ਗੱਲਾਂ ਆਪਾਂ ਦੇਖ ਲਈਆਂ। ਇਸੇ ਕਰਕੇ ਅੱਜ ਦਾ ਮੁੱਦਾ ਸਿੱਧੂ ਸਾਹਿਬ ਕਿ ਕੋਈ ਆਸ ਹੈ, ਜੇ ਹੈ ਤਾਂ ਕਿੰਨੀ ਕੁ ਆਸ ਹੈ, ਇਹ ਤੇ ਗੱਲ ਕਰਨੀ ਹੈ। ਤੁਹਾਡੀ ਟਿੱਪਣੀ ਇਹ ਤੇ ਕੀ ਹੈ? ਵਿਸ਼ਵ ਦੇ ਵਿੱਚ ਇਸ ਵੇਲੇ ਫੂਡ ਸਿਕਿਉਰਿਟੀ, ਵਾਟਰ ਸਿਕਿਉਰਿਟੀ, ਐਨਵਾਇਰਨਮੈਂਟ ਸਿਕਿਉਰਿਟੀ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਉਪਰਾਲੇ ਹੋ ਰਹੇ ਨੇ। ਔਰ ਦੂਜੇ ਪਾਸੇ ਜਿਹੜੀ ਸਾਡੇ ਮੁਲਕ ਦੇ ਵਿੱਚ ਹਾਲਾਤ ਪੈਦਾ ਕੀਤੀ ਜਾ ਰਹੀ ਹੈ ਉਹ ਇਸ ਦੇ ਉਲਟ ਆ ਰਹੀ ਹੈ। ਨਾ ਤਾਂ ਅਸੀਂ ਸੀਰੀਅਸ ਹਾਂ ਫੂਡ ਸਿਕਿਉਰਿਟੀ ਵਾਸਤੇ, ਨਾ ਅਸੀਂ ਸੀਰੀਅਸ ਹਾਂ ਐਨਵਾਇਰਨਮੈਂਟ ਸਿਕਿਉਰਿਟੀ ਵਾਸਤੇ, ਨਾ ਹੀ ਵਾਟਰ ਸਿਕਿਉਰਿਟੀ ਵਾਸਤੇ। ਅਸੀਂ ਤਿੰਨੋਂ ਦੀਆਂ ਤਿੰਨੋਂ ਸਿਕਿਉਰਿਟੀਜ਼ ਦੇ ਅਗੇਂਸਟ ਕੰਮ ਕਰ ਰਹੇ ਹਾਂ, ਇਨਸਿਕਿਉਰ ਕਰ ਰਹੇ ਹਾਂ ਮੁਲਕ ਨੂੰ। ਇਹ ਦੇਖੀਏ ਭਈ ਕੋਈ ਵੀ ਮੁਲਕ ਐਗਰੀਕਲਚਰ ਨੂੰ ਇਗਨੋਰ ਕਰਕੇ ਸਰਵਾਈਵ ਨਹੀਂ ਕਰ ਸਕਦਾ। ਹੁਣ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ, ਜਦੋਂ ਤੁਸੀਂ ਫੋਰਸਫੁਲੀ ਕੁਝ ਲਾ ਲੈ ਆਏ ਹੋ ਆਰਡੀਨੈਂਸ ਦੇ ਥਰੂ, ਰਸਤਾ ਵੀ ਗਲਤ ਅਡਾਪਟ ਕੀਤਾ ਹੈ ਔਰ ਉਹ ਬਾਈਪਾਸ ਵੀ ਕੀਤੀ ਹੈ ਸਟੇਟ ਦੀ ਫੈਡਰਲ ਢਾਂਚੇ ਨੂੰ, ਉਹਦੇ ਵਿੱਚ ਤੁਸੀਂ ਇੱਕ ਫਾਇਦਾ ਤਾਂ ਦੱਸ ਦਿਓ ਕਿਸਾਨਾਂ ਨੂੰ। ਜਿੰਨੇ ਫਾਇਦੇ ਗਿਣਾ ਰਹੇ ਨੇ, ਮੈਨੂੰ ਕੇਜਰੀਵਾਲ ਦੀਆਂ ਗੱਲਾਂ ਠੀਕ ਲੱਗੀਆਂ। ਉਹ ਕਹਿੰਦਾ ਤੁਸੀਂ ਫਾਇਦੇ ਕਹਿ ਰਹੇ ਹੋ, ਫਾਇਦਾ ਕਿਹੜਾ, ਇਹ ਤਾਂ ਨੁਕਸਾਨ ਨੇ। ਵੀ ਠੀਕ ਹੈ ਜ਼ਮੀਨ ਨਹੀਂ ਜਾਊਗੀ, ਇਹਦੇ 'ਚ ਕੀ ਵੱਡੀ ਗੱਲ ਹੈ? ਜੇ ਸਪੋਰਟ ਪ੍ਰਾਈਸ ਨਹੀਂ ਜਾਊਗੀ ਵੱਡੀ ਗੱਲ ਹੈ? ਇਹ ਤੁਸੀਂ ਉਹਨੂੰ ਵੀ ਰਿਟੇਨ ਨਹੀਂ ਕਰ ਰਹੇ। ਹੁਣ ਆ ਗਈ ਗੱਲ ਜਿਹੜੀ 29 ਦੀ, ਤੇ ਇਹਦੇ ਵਿੱਚ ਸਿਚੁਏਸ਼ਨ ਦੇ ਵਿੱਚ ਕਿਸਾਨਾਂ ਨੇ ਬਿਊਰੋਕਰੇਟ ਵਰਸਸ ਕਿਸਾਨ ਹੈ। ਇਹ ਸਰਕਾਰ ਇਹ ਸਮਝਦੀ ਹੈ ਕਿ ਪਾਲਿਸੀਆਂ ਜਿੰਨੀਆਂ ਨੇ ਬਿਊਰੋਕਰੇਟ ਬਣਾਉਂਦੇ ਨੇ, ਸੈਕਟਰੀ IAS ਉਹ ਬਣਾਉਂਦੇ ਨੇ, ਪਰ ਕਿਸਾਨਾਂ ਕੋਲੇ ਉਹਦੇ ਨਾਲੋਂ ਵੀ ਵਧੀਆ ਦਿਮਾਗ ਹੈ, ਕਮਿਟਡ ਦਿਮਾਗ ਨੇ। ਸ਼ਾਇਦ ਉਹਨਾਂ ਜਿਹੜੇ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੀ ਇੰਨੀ ਕਮਿਟਮੈਂਟ ਨਹੀਂ ਹੈ, ਕਿਉਂਕਿ ਅੰਦਰ ਖਾਤੇ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਵੀ ਕਿਸਾਨਾਂ ਜਾਂ ਕਿਸਾਨਾਂ ਦੇ ਬੇਟੇ ਬੈਠੇ ਨੇ। ਉਹ ਕਿੰਨੇ ਕੁ ਸੀਰੀਅਸ ਹੋ ਸਕਦੇ ਨੇ? BJP ਦੀ ਕਿੰਨੀ ਕੁ ਵੱਡੀ ਆਪਣੇ ਆਪ ਦੇ ਵਿੱਚ ਇੰਟੈਲੀਜੈਂਸ ਹੈ, ਕਾਬਲੀਅਤ ਹੈ ਕਿ ਉਹ ਠੀਕ ਪਾਲਿਸੀ ਬਣਾ ਰਹੀ ਹੈ। ਹੁਣ ਜਦੋਂ ਤੁਸੀਂ ਇਸ ਦੀਆਂ ਪਾਲਿਸੀਆਂ ਲੈ ਆਏ ਹੋ, ਫਿਰ ਉਹਦਾ ਕੋਈ ਇੱਕ ਫਾਇਦਾ ਤਾਂ ਗਿਣਾ ਦਿਓ। ਜੋ ਫਾਇਦਾ ਨਹੀਂ ਗਿਣਾ ਸਕਦੇ, ਫਿਰ ਤੁਸੀਂ ਇਸ ਲਾਗੂ ਕਰਨ ਦੀ ਤੁਹਾਡੀ ਵੈਲਫੇਅਰ ਸਟੇਟ ਕਿੱਥੇ ਹੈ? ਵੈਲਫੇਅਰ ਸਟੇਟ ਦਾ ਕੰਮ ਹੈ ਲੋਕਾਂ ਦਾ ਖਿਆਲ। ਲੋਕਾਂ ਨੇ ਤੁਹਾਨੂੰ ਚੁਣ ਕੇ ਭੇਜਿਆ, ਤੁਸੀਂ ਉਹ ਚੁਣੇ ਹੋਏ ਨੁਮਾਇੰਦੇ ਦੇ ਤੌਰ ਤੇ ਵੈਲਫੇਅਰ ਦੀ ਗੱਲ, ਚਲੋ ਵੈਲਫੇਅਰ ਨਾ ਸਹੀ, ਸਿਸਟਮ ਤਾਂ ਚੱਲਦਾ ਰਹਿਣ ਦਿਓ। ਜਿਹੜੀ ਪ੍ਰੋਬਲਮ ਹੈ ਉਹ ਐਗਰੀਕਲਚਰ ਦੀ ਪ੍ਰੋਬਲਮ ਹੈ, ਉਹ ਕੱਲੀ ਕਿਸਾਨਾਂ ਦੀ ਪ੍ਰੋਬਲਮ ਨਹੀਂ ਹੈ, ਉਹ ਸਭ ਦੀ ਪ੍ਰੋਬਲਮ ਹੈ। ਹਰ ਬੰਦਾ ਇਫੈਕਟ ਹੋ ਰਿਹਾ, ਡਾਇਰੈਕਟਲੀ ਇਨਡਾਇਰੈਕਟਲੀ ਹੋ ਰਿਹਾ। ਇੱਕ ਦੂਸਰੀ ਚੀਜ਼ ਇਹ ਹੈ ਕਿ BJP ਬਜਾਏ ਡਿਵੈਲਪਮੈਂਟ ਦੇ, ਬਜਾਏ ਇਸ ਦੇ ਕਿ ਲੋਕਾਂ ਨੂੰ ਸਹੀ ਮੈਨੇਜਮੈਂਟ ਦੇਵੇ, ਸਹੀ ਐਨਵਾਇਰਨਮੈਂਟ ਦੇਵੇ, ਜਿਹੜੀਆਂ ਰੀਅਲ ਪ੍ਰੋਬਲਮਸ ਨੇ ਸੋਸਾਇਟੀ ਦੀਆਂ, ਲੋਕਾਂ ਦੀਆਂ, ਉਹਦੇ ਵੱਲ ਕਨਸੈਂਟਰੇਟ ਨਹੀਂ ਕਰ ਰਹੇ। ਫॉर एग्जांपल ਪਾਪੂਲੇਸ਼ਨ ਪ੍ਰੋਬਲਮ ਹੈ, ਇਹਦੇ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈ। ਫॉर एग्जांपल ਐਜੂਕੇਸ਼ਨ, ਅਨਐਜੂਕੇਟਡ ਜਿਹੜੇ ਹੈਗੇ ਨੇ, ਅਨਐਮਪਲੋਇਮੈਂਟ ਹੈ, ਉਹਦੀਆਂ ਕੋਈ ਗੱਲਾਂ ਨਹੀਂ ਕਰਦੇ। ਜਿਹੜੀਆਂ ਗੱਲਾਂ ਇਹ ਕਰਦੇ ਨੇ ਉਹਨਾਂ ਦੀ ਸ਼ਾਇਦ ਕੋਈ ਮਜਬੂਰੀ ਹੈ, WTO ਦੀ ਮਜਬੂਰੀ ਹੈ, ਕਾਰਪੋਰੇਟ ਦੀ ਮਜਬੂਰੀ ਹੈ, ਜੋ ਵੀ ਹੈ, ਪਰ ਸਰਕਾਰ ਹੁੰਦੀ ਹੈ। ਸਰਕਾਰ ਨੇ ਸਰਕਾਰ ਦੇ ਪਾਲੇ ਸਿੱਟਤੀ। ਜਦੋਂ ਉਹ ਕਹਿੰਦੇ ਨੇ ਵੀ ਏਜੰਡਾ ਆ ਹੈ, ਤਰੀਕ ਆ ਹੈ, ਦਿਨ ਇਹ ਹੈ, ਟਾਈਮ ਇਹ ਹੈ, ਸਮਾਂ ਇਹ ਹੈ, ਜਗ੍ਹਾ ਇਹ ਹੈ, ਚਲੋ ਹੁਣ ਉਹਨਾਂ ਨੇ ਜਗ੍ਹਾ ਬਦਲੀ। ਸਰਕਾਰ ਨੇ ਥੋੜ੍ਹੀ ਜਿਹੀ ਅੜੀਕ ਕਰਨੀ ਹੁੰਦੀ ਹੈ, ਕਰ ਲਈ। ਤੁਸੀਂ ਉਹਨਾਂ ਨੂੰ 30 ਦਾ ਵੀ ਬਣਾ ਦਿਓ, ਪਰ ਜਿਹੜੀ ਹਾਲਾਤ ਨੇ, ਜਿਸ ਤਰ੍ਹਾਂ ਦਾ ਸਿਸਟਮ ਚੱਲ ਰਿਹਾ ਹੈ, ਉਹਦੇ ਵਿੱਚ ਇਹ ਲੱਗਦਾ ਨਹੀਂ ਵੀ ਕੋਈ ਕਾਰਗਰ ਰਿਜ਼ਲਟ ਇਹਦੇ 'ਚੋਂ ਨਿਕਲੂਗਾ ਹਾਲ ਦੀ ਘੜੀ। ਪਰ ਇਹ ਕਰਨਾ ਹੀ ਪਊਗਾ। ਤੁਸੀਂ ਕਿਸਾਨਾਂ ਨੂੰ, ਗਵਰਨਮੈਂਟ ਨੂੰ, ਬਜਾਏ ਇਸਦੇ ਕਿ ਆਪਣੀ ਪਾਪੂਲੇਸ਼ਨ ਨਾਲ ਤੁਸੀਂ ਕੰਪੀਟ ਕਰੋ, ਤੁਸੀਂ ਲੋਕਾਂ ਨੂੰ ਆਪਣੇ ਨਾਲ ਜੋੜੋ। ਉਹਨਾਂ ਨੂੰ ਜਿਹੜੀ ਚੀਜ਼ ਉਹ ਮੰਗਦੇ ਨੇ, ਜਿਹੜੀ ਉਹ ਚੀਜ਼ ਨਹੀਂ ਮੰਗਦੇ, ਤੁਸੀਂ ਜ਼ਬਰਦਸਤੀ ਇੰਪੋਜ਼ ਨਾ ਕਰੋ। ਤੁਸੀਂ ਉਹਨੂੰ ਛੱਡ ਕੇ ਦੇਖ ਲਓ, ਸ਼ਾਇਦ ਕੋਈ ਨਵਾਂ ਆਲਟਰਨੇਟਿਵ ਕਿਸਾਨ ਸੁਜੈਸਟ ਕਰ ਜਾਣ। ਤੁਸੀਂ ਇਹਨੂੰ ਵਿਡਰਾ ਕਰ ਲਓ, ਕੋਈ ਨਵਾਂ ਆਲਟਰਨੇਟਿਵ ਕਿਸਾਨਾਂ ਨੂੰ ਕਹਿੰਦੇ ਹੋ, ਤੁਸੀਂ ਕਿਸਾਨ ਸੁਜੈਸਟ ਕਰਨਗੇ। ਜੀ ਤੁਹਾਨੂੰ ਲੱਗਦਾ ਹੈ ਸਿੱਧੂ ਸਾਹਿਬ ਕਿ ਕੋਈ ਜ਼ਿਆਦਾ ਆਸ ਨਹੀਂ ਲੱਗ ਹੀ ਰਿਹਾ? ਵੈਸੇ ਲਗਭਗ ਜਦੋਂ ਮੈਂ ਧਾਰਨੀ ਸਾਹਿਬ ਨੂੰ ਸੁਣ ਰਿਹਾ ਜਾਂ ਰੂਬੀ ਗਿੱਲ ਤੇ ਸਿੱਧੂ ਸਾਹਿਬ, ਤੁਸੀਂ ਵੀ ਉਸੇ ਐਂਗਲ ਤੋਂ ਹੀ ਸੋਚ ਰਹੇ ਹੋ ਕਿ ਕਿਸਾਨਾਂ ਦੇ ਨੇ ਵਾਲ ਤਾਂ ਉਧਰ ਬਹੁਤ ਵਧੀਆ ਤਰੀਕੇ ਨਾਲ ਕਿਉਂ ਮਾਰੀਏ, ਜਿਵੇਂ ਪਲੰਟੀ ਸਟ੍ਰੋਕ ਮਾਰੀਦਾ,
ਤੇ ਹੁਣ ਤਾਂ ਡਿਫੈਂਸਿਵ ਹੋਈ ਹੋਈ ਹੈ ਕੇਂਦਰ ਸਰਕਾਰ ਵਿੱਚ ਕੋਈ ਦੋ ਰਾਵਾ ਨਹੀਂ। ਲੇਕਿਨ ਜਿੱਥੇ ਤੱਕ ਇਸ ਮੀਟਿੰਗ ਜਿਹੜੀ ਹੋਣੀ ਹੈ 30 ਦੀ, ਪਹਿਲੀ ਤਾਂ ਗੱਲ ਹੈ ਕਿ 30 ਨੂੰ ਕਿਸਾਨਾਂ ਦਾ ਮਾਰਚ ਤਾਰਪੀਡੋ ਕਰਨਾ ਹੈ, ਜਾਂ ਇੱਕ ਦਿਨ ਅੱਗੇ ਪਾਉਣ ਦਾ ਕੀ ਮਤਲਬ ਹੈ, ਜਾਂ ਜਿਵੇਂ ਧਾਰਨੀ ਸਾਹਿਬ ਨੇ ਕਿਹਾ ਕਿ ਮਾਰਚ ਤਾਂ ਫੇਰ ਵੀ ਹੁੰਦਾ ਰਹੂ, ਕਿਹੜਾ ਅੱਜ ਹੀ ਖਤਮ ਹੋ ਰਹੀ ਹੈ ਕਹਾਣੀ, ਤੇ ਉਹਨਾਂ ਨੂੰ ਮੀਟਿੰਗ 'ਚ ਜਾਣਾ ਚਾਹੀਦਾ ਹੈ। ਮੈਂ ਇੱਕ ਕਿਸਾਨ ਨੂੰ ਸੁਣ ਰਿਹਾ ਸੀ ਜਦੋਂ ਸਰਕਾਰ ਦਾ ਸੱਦਾ ਆਇਆ, ਉਹ ਇਹ ਕਹਿ ਰਿਹਾ ਹੈ, ਕਿਸਾਨ ਲੀਡਰ ਕਹਿੰਦਾ ਦੇਖੋ ਅਸੀਂ ਜਾਵਾਂਗੇ, ਜਾ ਕੇ ਉਹਨਾਂ ਨੂੰ ਸਿਰਫ ਅਸੀਂ ਏਜੰਡਾ ਦਿੱਤਾ ਹੋਇਆ, ਏਜੰਡੇ ਤੇ ਗੱਲ ਕਰਾਂਗੇ, ਤੇ ਏਜੰਡਾ ਆਪਣੇ ਆਪ 'ਚ ਇੰਨਾ ਕਿਸਾਨਾਂ ਨੇ ਖਤਰਨਾਕ ਦਿੱਤਾ। ਉਹਨਾਂ ਨੇ ਇਹ ਨਹੀਂ ਕਿਹਾ ਕਿ ਤੁਸੀਂ ਇਹਨੂੰ ਰਿਪੀਲ ਕਰੋ ਤਿੰਨੇ ਕਾਨੂੰਨਾਂ ਨੂੰ, ਉਹ ਇਹ ਕਹਿ ਰਹੇ ਨੇ ਸਾਨੂੰ ਪ੍ਰੋਸੀਜਰ ਦੱਸੋ, ਰਿਪੀਲ ਕਿਵੇਂ ਕਰ ਰਹੇ ਹੋ। ਇਹਦਾ ਮਤਲਬ ਜੇ ਏਜੰਡੇ ਤੇ ਜਾ ਕੇ ਕਿਸਾਨ ਗੱਲ ਕਰਦੇ ਨੇ ਤੇ ਫਿਰ ਸਰਕਾਰ ਕੀ ਜਵਾਬ ਦਿਓ, ਬਹੁਤ ਦਿਲਚਸਪ ਵਾਲੀ ਗੱਲ ਬਣਾ ਦਿੱਤੀ ਗਈ ਹੈ, ਖੁਦ ਸਰਕਾਰ ਨੇ ਬਣਾਈ ਹੈ। ਇਹ ਤੇ ਕੋਈ ਦੋ ਰਾਵਾ ਨਹੀਂ ਕਿ ਕਿਸਾਨ ਕਦੋਂ ਚਾਹੁੰਦਾ ਕਿ ਉਹ ਸੜਕਾਂ ਤੇ ਰੋੜੇ। ਇਹ ਚਰਚਾ ਆਪਾਂ ਜਾਰੀ ਰੱਖਣੀ ਹੈ, ਔਰ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਵੀ ਸਾਡੇ ਨਾਲ ਜੁੜ ਗਿਆ, ਉਹਨਾਂ ਨਾਲ ਵੀ ਗੱਲ ਕਰਾਂਗੇ। ਨੇ ਇਹਨਾਂ ਨੇ ਇੱਕ ਕਥਾ ਯਾਦ ਕਰ ਲਈ ਤੇ ਉਹ ਕਥਾ ਕਰਦੇ ਨੇ ਹਰ ਇੱਕ ਥਾਂ ਜਾ ਕੇ ਕਿਸਾਨਾਂ ਨੂੰ ਸਮਝਾਉਣ ਦੇ ਹਵਾਲੇ ਨਾਲ। ਤੇ ਕਥਾ ਦੇ ਵਿੱਚ ਸਭ ਤੋਂ ਵਧੀਆ ਉਹਨਾਂ ਕੋਲ ਇੱਕ ਡਾਇਲਾਗ ਹੈ ਕਿ ਐਮਐਸਪੀ ਸੀ, ਐਮਐਸਪੀ ਰਹੂਗੀ, ਐਮਐਸਪੀ ਕਿਤੇ ਨਹੀਂ ਜਾਊਗੀ। ਇਹੋ ਜਿਹੀਆਂ ਗੱਲਾਂ ਕੇਜਰੀਵਾਲ ਨੇ ਕੱਲ ਬਹੁਤ ਵਧੀਆ ਗੱਲਾਂ ਕੀਤੀਆਂ, ਕਹਿੰਦਾ ਮੈਨੂੰ ਤਾਂ ਫਾਇਦੇ ਗਿਣਾਓ। ਆ ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਹੋ ਮੰਡੀ ਰਹੂਗੀ, ਐਮਐਸਪੀ ਰਹੂਗੀ, ਇਹ ਗੱਲਾਂ ਇਹ ਫਾਇਦੇ ਕਿੱਥੇ ਨੇ? ਇਹ ਤਾਂ ਤੁਸੀਂ ਨੁਕਸਾਨ ਬਚਾਉਣ ਤੋਂ ਦੱਸ ਰਹੇ ਹੋ। ਬਿਲਕੁਲ ਉਹਨੇ ਠੀਕ ਕੀਤਾ, ਜੇ ਫਾਇਦੇ ਹੁੰਦੇ ਤੇ ਕਿਸਾਨ ਹੁਣ ਨੂੰ ਮੰਨ ਜਾਂਦੇ। ਸੰਘਾ ਸਾਹਿਬ, ਇਹ ਸਾਰੀ ਕਹਾਣੀ 'ਚ ਕੀ ਲੱਗ ਕੀ ਰਿਹਾ, ਆਸ ਕਿੰਨੀ ਕੁ ਹੈ? ਇਹ ਤਾਂ ਪਤਾ ਹੈ ਤੁਹਾਡੀ ਪਾਰਟੀ ਦਾ ਕੀ ਸਟੈਂਡ ਹੈ, ਉਹਨੂੰ ਆਪਾਂ ਦੁਬਾਰਾ ਨਾ ਰਿਪੀਟ ਕਰੀਏ, ਸਿਰਫ ਅੱਜ ਦੇ ਮੁੱਦੇ ਤੇ ਗੱਲ ਕਰੀਏ। ਕਿੰਨੇ ਕੁ ਆਸ ਹੈ ਕਿ ਕੱਲ ਦੀ ਮੀਟਿੰਗ को हल देंगे? ਨਵਦੀਪ ਸੰਘਾ, ਮੈਂ ਵੈਸੇ ਪੋਲੀਟੀਕਲ ਪਾਰਟੀਆਂ ਨੂੰ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਇਹ ਜਿਹੜਾ ਟਾਈਮ ਹੁੰਦਾ ਨਾ, ਇਹ ਕਾਫੀ ਕੀਮਤੀ ਹੁੰਦਾ ਹੈ, ਤੁਹਾਡਾ ਵੀ ਸਾਡਾ ਵੀ ਤੇ ਜਿਹੜੇ ਦਰਸ਼ਕਾਂ ਦਾ ਖਾਸ ਤੌਰ ਤੇ ਉਹ ਜੇ ਤਿਆਰੀ ਕਰਕੇ ਆਓ ਤਾਂ ਜ਼ਿਆਦਾ ਠੀਕ ਹੈ। ਕਦੇ ਚਲੋ ਸਾਡੇ ਵੱਸ 'ਚ ਨਹੀਂ ਹੁੰਦਾ, ਕੋਈ ਟੈਕਨੀਕਲ ਪ੍ਰੋਬਲਮ ਆ ਜੇ ਤੇ ਅਦਰਵਾਈਜ਼ ਫਿਰ ਨਹੀਂ ਸਾਡੇ ਕੋਲ, ਅਸੀਂ ਕੋਈ ਅਲਟਰਨੇਟ ਸੋਚੀਏ, ਪਰ ਅਸੀਂ ਚਾਹੁੰਦੇ ਹਾਂ ਕਿ ਸਭ ਨੂੰ ਬਰਾਬਰ ਦਾ ਟਾਈਮ ਦੇਈਏ। ਅਸੀਂ ਤਾਂ ਭਾਰਤੀ ਜਨਤਾ ਪਾਰਟੀ ਨੂੰ ਵੀ ਡੇਲੀ ਬਣਾਉਣਾ ਹੈ।
ਨਵਦੀਪ ਸੰਘਾ ਨੂੰ ਕੀਤਾ ਹੈ, ਇਹੀ ਤੁਹਾਡੇ ਕੋਲ ਕਰ ਰਿਹਾ। ਹਾਲਾਂਕਿ ਮੈਂ ਪਹਿਲਾਂ ਤੁਹਾਡੇ ਨਾਲ ਗੱਲ ਕੀਤੀ ਹੈ, ਪਰ ਮੈਨੂੰ ਇਉਂ ਲੱਗਦਾ ਹੈ ਕਿ ਜੇ ਇਹਨੂੰ ਆਪਾਂ ਥੋੜਾ ਜਿਹਾ ਇਹਦੇ ਚੋਂ ਆਈਡੀਆ, ਤੁਸੀਂ ਤਾਂ ਵਕੀਲ ਹੋ, ਉਹ ਯਾਰ ਮੈਂ ਬਹੁਤ ਵਾਰ ਸੰਘਾ ਸਾਹਿਬ ਕੋਲ ਗਿਆ ਤੇ ਸੰਘਾ ਸਾਹਿਬ ਨੂੰ ਮੈਂ ਸਵਾਲ ਕੀਤੇ ਨੇ, ਪਰ ਜਦੋਂ ਮੈਂ ਸਵਾਲ ਕਰਦਾ ਤੇ ਉਦੋਂ ਉਹਨਾਂ ਦੀ ਆਵਾਜ਼ ਜਿਹੜੀ ਨਹੀਂ ਆਉਂਦੀ। ਮੈਂ ਇੱਕ ਵਾਰੀ ਫਿਰ ਸੰਘਾ ਸਾਹਿਬ ਤੁਹਾਨੂੰ ਸੱਦਾ ਦਿੰਦਾ, ਤੇ ਨਹੀਂ ਫਿਰ ਮੈਂ ਮਾਫੀ ਚਾਹੂੰਗਾ। ਤੁਹਾਨੂੰ ਜੇ ਸਵਾਲ ਸੁਣੇ ਤਾਂ ਤੁਸੀਂ ਜਵਾਬ ਦੇ ਸਕਦੇ ਹੋ। ਜੀ ਜੀ, ਆਗੇ ਬਾਤ ਦੱਸੋ ਜੀ। ਹੈਲੋ ਜੀ, ਮੈਂ ਸਵਾਲ ਤਾਂ ਬਹੁਤ ਵੱਡਾ ਕਰਦਾ ਕਿ ਤੁਹਾਨੂੰ ਜਿਹੜੀ ਕੱਲ ਮੀਟਿੰਗ ਉਹਨਾਂ ਨੇ 30 ਤਰੀਕ ਦੀ ਕਰਤੀ ਕੇਂਦਰ ਸਰਕਾਰ ਨੇ, ਉਹ ਤੋਂ ਕਿੰਨੀ ਕੁ ਆਸ ਹੈ ਤੁਹਾਨੂੰ ਹਾਲ ਤੱਕ? ਦੇਖੋ ਉਹ ਤਾਂ ਜੀ ਗੱਲ ਇਹ ਹੈ ਵੀ ਲਿਫਾਫਾ ਹੀ ਨਵਾਂ, ਚਿੱਠੀ ਪੁਰਾਣੀ ਹੈ, ਤਰੀਕ ਹੀ ਬਦਲੀ ਗਈ ਹੈ ਜਿੰਨੀ ਕਿ ਮੈਨੂੰ ਹੁਣ ਤੱਕ ਨਹੀਂ। ਇਹਦੇ ਚ ਕਿਸੇ ਪਾਸੇ ਤਾਂ ਹੱਲ, ਜੇ ਮੰਨ ਲਓ ਕਿਸਾਨ ਆਪਦਾ ਏਜੰਡਾ ਛੱਡ ਦੇਣਗੇ, ਪਹਿਲੀ ਤਾਂ ਗੱਲ ਇਹ ਮੈਂ ਤੁਹਾਨੂੰ ਪੁੱਛਦਾ, ਜੇ ਉਹ ਏਜੰਡਾ ਨਹੀਂ ਛੱਡਣਗੇ ਤਾਂ ਫਿਰ ਗੱਲਬਾਤ ਕੀ ਹੋਊਗੀ? ਦੇਖੋ ਵਾਲੀਆ ਸਾਹਿਬ, ਮੈਂ ਇੱਕ ਗੱਲ ਸਮਝਦਾ ਹੈਗਾ ਕਿ ਇਹਦੇ ਵਿੱਚ ਅੱਧਾ ਏਜੰਡਾ ਜੇ ਛੱਡਣਗੇ ਨਾ ਕਿ ਆਪਣਾ ਕਿਸਾਨ, ਤਾਂ ਇਹ ਕੁਛ ਨਹੀਂ ਖੱਟਣਗੇ। ਇਹ ਮੈਂ ਤੁਹਾਨੂੰ ਇੱਕ ਗੱਲ ਅੱਜ ਦੱਸਤੀ। ਦੇਖੋ ਇੱਕ ਬਹੁਤ ਟਾਈਮ ਤੋਂ ਇਹ ਗੱਲ, ਮੈਂ ਬਿਲਕੁਲ ਤੁਹਾਨੂੰ ਇੱਕ ਗੱਲ ਦੱਸ ਦਵਾਂ, ਮੈਂ ਜਿਵੇਂ ਪਹਿਲਾਂ ਕਿਹਾ ਕਿ ਕਿਸਾਨਾਂ ਦਾ ਜਿਹੜਾ ਪਾਲਾ ਹੈਗਾ ਬਹੁਤ ਛਾਤਰ ਕਲਾਸ ਦੇ ਨਾਲ ਪਿਆ ਵਾ ਹੈਗਾ। ਜੇ ਇਹ ਕਿਸਾਨ, ਇਹ ਬੀਜੇਪੀ ਇਹ ਕਹਿ ਰਹੀ ਸੀ ਕਿ ਅਸੀਂ ਸਾਰਾ ਕੁਝ ਬਦਲਣ ਨੂੰ ਤਿਆਰ ਹੈ, ਪਰ ਤੁਸੀਂ ਜਿਹੜੇ ਇਹ ਬਿੱਲ ਹੈਗੇ ਆ ਇਹਨਾਂ ਨੂੰ ਰਿਪੀਲ ਨਾ ਕਰਾਓ। ਮਤਲਬ ਕਹਿਣ ਦਾ ਇਹ ਆ ਵੀ ਮਕਾਨ ਤਾਂ ਖੜਾ ਰਹੂਗਾ, ਵਿੱਚ ਦਾ ਸਮਾਨ ਸਾਰਾ ਕੱਢ ਦਿੰਦੇ ਆ। ਦੇਖੋ ਇਹ ਸਮਾਨ ਵਿੱਚ ਫੇਰ ਪਾ ਦੇਣਗੇ। ਇਸ ਕਰਕੇ ਮੈਂ ਕਹਿਣਾ ਕਿ ਇਸ ਤਾਬੂਤ ਨੂੰ ਹੁਣ ਜਮਾ ਢੇਰੀ ਕਰ ਦੇਣਾ ਚਾਹੀਦਾ। ਜੇ ਇਹ ਦੁਆਰਾ ਬਣੇ ਤਾਂ ਇਹ ਕਿਸੇ ਤਰੀਕੇ ਦੇ ਨਾਲ ਘੱਟੋ ਘੱਟ ਸੁਪਰੀਮ ਕੋਰਟ ਦੀ ਜਿਹੜੀ ਹੈਗੀ ਆ ਰਹਿਨਮਾਈ ਦੇ ਥੱਲੇ ਬਣੇ, ਜਾਂ ਜਿਹੜਾ ਹੈਗਾ ਕਿਸਾਨਾਂ ਦੀ ਕਮੇਟੀ ਬਣ ਕੇ ਕਿਸਾਨਾਂ ਦੀ ਸਲਾਹ ਦੇ ਨਾਲ ਜਿਹੜਾ ਹੈਗਾ ਇਹ ਸਾਰਾ ਕੁਝ ਬਣੇ। ਦੇਖੋ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੈਗੀਆਂ, ਜਿਵੇਂ ਪਿੱਛੇ ਜਿਹੜਾ ਹੈਗਾ, ਮੈਂ ਧੰਨਵਾਦ ਕਰਦਾ ਹੈਗਾ ਪਹਿਲੀ ਵਾਰ ਕਿ ਸੁਪਰੀਮ ਕੋਰਟ ਆਫ ਇੰਡੀਆ ਨੇ ਬਹੁਤ ਵਧੀਆ ਇਨੀਸ਼ੀਏਟਿਵ ਲਿਆ ਕਿ ਉਹਨਾਂ ਨੇ ਇਹਦੇ ਵਿੱਚ ਕਿਸੇ ਕਿਸਮ ਦਾ ਜਿਹੜਾ ਹੈਗਾ ਹਸਤਕਸ਼ੇਪ ਕਰਨ ਦੀ ਕੋਸ਼ਿਸ਼ ਨਹੀਂ ਕਰੀ। ਉਹਨਾਂ ਨੇ ਜਿੰਨੀ ਕੁ ਕਰੀ ਉਹ ਬਲਕਿ ਸਰਕਾਰ ਦੇ ਉੱਤੇ ਚੋਟ ਕਰੀ। ਉਹਨਾਂ ਨੇ ਜਿੱਥੇ ਤੱਕ ਦਿੱਲੀ ਦੇ ਰਸਤੇ ਘੇਰਨ ਦੀ ਗੱਲ ਸੀ ਉਹਦੇ ਤੇ ਗੱਲ ਕੀਤੀ। ਤੇ ਚਲੋ ਉਹ ਗੱਲਾਂ ਸਾਰੀਆਂ ਪਹਿਲਾਂ ਬਾਰ-ਬਾਰ ਰਿਪੀਟ ਆਪਾਂ ਕਰਨੀਆਂ ਨਹੀਂ ਹੈਗੀਆਂ। ਮੈਂ ਜਿਵੇਂ ਸਿੱਧੂ ਸਾਹਿਬ ਨੇ ਗੱਲ ਕੀਤੀ ਹੈਗੀ ਹੈ ਨਾ, ਦੇਖੋ ਕਿਸਾਨਾਂ ਨੂੰ ਜਾਂ ਜਿਹੜਾ ਹੈਗਾ ਆਮ ਪਬਲਿਕ ਨੂੰ ਕੀ ਚੀਜ਼ਾਂ ਦੀ ਜ਼ਰੂਰਤ ਹੈਗੀ ਹੈ ਉਹ ਦੇਣ ਦੀ ਬਜਾਏ ਅੱਜ ਬਿਨਾਂ ਮਤਲਬ ਤੋਂ ਜਿਹੜੀ ਚੀਜ਼ ਕੋਈ ਕਹਿ ਰਿਹਾ ਹੈਗਾ ਕਿ ਸਾਨੂੰ ਇਹਦਾ ਫਾਇਦਾ ਨਹੀਂ, ਸਾਨੂੰ ਇਹਦੀ ਲੋੜ ਨਹੀਂ ਹੈਗੀ, ਉਹ ਉਹਨਾਂ ਤੇ ਥੋਪਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਜਿਨ੍ਹਾਂ ਚੀਜ਼ਾਂ ਦੀ ਲੋੜ ਹੈਗੀ ਆ ਉਹ ਕਿਸੇ, ਦੇਖੋ ਅੱਜ ਦੇਸ਼ ਦੇ ਵਿੱਚ ਚਾਹੇ ਤੁਸੀਂ ਸਿਹਤ ਸੁਵਿਧਾਵਾਂ ਦੀ ਗੱਲ ਕਰ ਲਓ, ਚਾਹੇ ਤੁਸੀਂ ਐਜੂਕੇਸ਼ਨ ਦੀ ਗੱਲ ਕਰ ਲਓ, ਚਾਹੇ ਤੁਸੀਂ ਕਿਸੇ ਹੋਰ ਪੰਜਾਬੀ ਯੂਨੀਵਰਸਿਟੀ ਤੋਂ ਤੁਸੀਂ ਬਿਲੋਂਗ ਕਰ ਦੇਂਗੇ, ਕੀ ਸੱਤਿਆਨਾਸ਼ ਇਹਨਾਂ ਲੋਕਾਂ ਨੇ ਜਿਹੜਾ ਹੈਗਾ ਯੂਨੀਵਰਸਿਟੀਆਂ ਦਾ ਜਿਹੜੀਆਂ ਸਰਕਾਰੀ ਹੈਗੀਆਂ ਉਹਨਾਂ ਦਾ ਕਰਿਆ ਪਿਆ। ਔਰ ਪ੍ਰਾਈਵੇਟੇਸ਼ਨ ਦੇ ਵਿੱਚ ਜੇ ਫੋਟੋਸ ਦੇ ਵਿੱਚ ਜਾਂਦੇ ਹੈਗੇ ਆ, ਤੁਹਾਨੂੰ ਇਹ ਕਹਿੰਦੇ ਆ ਜੀ ਵਧੀਆ ਸਿਹਤ ਸੁਵਿਧਾਵਾਂ ਦੇਵਾਂਗੇ, ਪਰ ਨਾਲ ਉਹ ਬੰਦੇ ਨੂੰ ਮਾਰ ਦਿੱਤਾ ਜਾਂਦਾ ਹੈਗਾ, ਉਹਦਾ ਪਿੱਛੇ ਪਰਿਵਾਰ ਹੈ ਜਿਹੜਾ ਉਹ ਇਕਨੋਮਿਕਲੀ ਮਰ ਜਾਂਦਾ ਹੈਗਾ। ਸੋ ਇਹਨਾਂ ਨੇ ਪ੍ਰਾਈਵੇਟੇਸ਼ਨ ਕਰਕੇ ਪ੍ਰਾਈਵੇਟਾਂ ਨੂੰ ਜਿਹੜਾ ਹੈਗਾ ਇਹ ਜਿਹੜੇ ਘਰਾਣੇ ਕਾਰਪੋਰੇਟ ਘਰਾਣੇ ਹੈਗੇ ਉਹਨਾਂ ਨੂੰ ਬੈਨੀਫਿਟ ਦੇਣ ਦੀ ਗੱਲ ਕਰ ਰਹੇ ਹੈਗੇ। ਦੂਜੀ ਗੱਲ ਮੈਂ ਇੱਕ ਥੋੜੀ ਜੀ ਮੈਂ ਇੱਕ ਗੱਲ ਕਰਨੀ ਚਾਹੁੰਦਾ ਜੀ, ਬੀਜੇਪੀ ਜਿਹੜੇ ਤਾਂ ਪੀਸਫੁਲੀ ਅੰਦੋਲਨ ਕਰ ਰਹੇ ਹੈਗੇ ਆ ਉਹਨਾਂ ਤਾਂ ਮਾਓਵਾਦੀ ਕਹਿ ਰਹੇ ਹੈਗੇ ਆ, ਜਿਹੜੇ ਇਹਨਾਂ ਨੂੰ ਪੀਸਫੁਲੀ ਘੇਰ ਰਹੇ ਹੈਗੇ ਆ ਉਹ ਡੀਜੀਪੀ ਕੋਲ ਜਾ ਕੇ ਸ਼ਿਕਾਇਤਾਂ ਕਰਦੇ ਆ ਕਿ ਸਾਡੇ ਤੇ ਹਮਲੇ ਹੋ ਰਹੇ ਆ, ਸਾਨੂੰ ਮਾਰਨ ਦੀਆਂ। ਔਰ ਦੂਜੇ ਪਾਸੇ ਸਾਰਾ ਮੀਡੀਆ ਇਹ ਗੱਲ ਕਹਿ ਰਿਹਾ ਹੈਗਾ ਕਿ ਸਰਦਾਰ ਅਮਰਿੰਦਰ ਸਿੰਘ ਨੇ ਸਾਰੀ ਪੁਲਿਸ ਫੋਰਸ ਜਿਹੜੀ ਹੈਗੀ ਆ ਇਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਲਾਤੀ, ਔਰ ਆਮ ਲੋਕਾਂ ਦੇ ਵਿੱਚ ਜਿਹੜਾ ਹੈਗਾ ਅਰਾਜਕਤਾ ਫੈਲ ਰਹੀ ਹੈਗੀ ਆ। ਆਮ ਲੋਕਾਂ ਨੂੰ ਸਿਕਿਉਰਿਟੀ ਐਂਡ ਸੇਫਟੀ ਜਿਹੜੀ ਹੈਗੀ ਆ ਉਹ ਮੁਹੱਈਆ ਨਹੀਂ ਹੋ ਰਹੀ। ਜੀ ਜੀ, ਬਿਲਕੁਲ ਤੁਹਾਡਾ ਇਸ਼ਾਰਾ ਬਿਲਕੁਲ ਠੀਕ ਹੈ। ਕੱਲ ਇਹ ਗੱਲਾਂ ਚੱਲੀਆਂ ਨੇ, ਮੈਂ ਆਮ ਆਦਮੀ ਪਾਰਟੀ ਨੂੰ ਇਹ ਕਹਿੰਦੇ ਸੁਣਿਆ। ਰੂਬੀ ਗਿੱਲ ਸਾਹਿਬ ਇਹ ਗੱਲ ਜੋ ਉਹਨਾਂ ਨੇ ਕਿਹਾ ਹੈ, ਇੱਕ ਪਾਸੇ ਦਾ ਕੈਪਟਨ ਸਾਹਿਬ ਉਹਨਾਂ ਨੂੰ ਸਿਕਿਉਰਿਟੀ ਦੇ ਰਹੇ ਨੇ, ਦੂਜੇ ਪਾਸੇ ਇਹ ਵੀ ਕਹਿ ਰਹੇ ਨੇ ਕਿ ਤੁਸੀਂ ਬਦਨਾਮ ਨਾ ਕਰੋ, ਤੀਸਰੇ ਪਾਸੇ ਕੈਪਟਨ ਸਾਹਿਬ ਤੋਂ ਵੀ ਭਾਰਤੀ ਜਨਤਾ ਪਾਰਟੀ ਅਟੈਕ ਕਰ ਰਹੀ ਹੈ।
ਇਹ ਸਾਰੀ ਗੱਲ ਬਾਰੇ ਤੁਹਾਡੀ ਟਿੱਪਣੀ। ਦੇਖੋ, ਪੰਜਾਬ ਦੇ ਹਾਲਾਤਾਂ ਨੂੰ ਸਹੀ ਰੱਖਣਾ ਮੁੱਖ ਮੰਤਰੀ ਦਾ ਇੱਕ ਜਿਹੜਾ ਉਹ ਜ਼ਿੰਮੇਵਾਰੀ ਹੁੰਦੀ ਹੈ। ਜਿਵੇਂ ਮੈਂ ਮੋਦੀ ਸਾਹਿਬ ਦੀ ਗੱਲ ਕਰਾਂ ਨਾ, ਇੱਕ ਸੱਪ ਦੇ ਮੂੰਹ ਚ ਕੂੜ ਕਿਰਲੀ। ਵਾਲੀਆ ਸਾਹਿਬ ਜਿਨ੍ਹਾਂ ਨੇ 800 ਕਰੋੜ ਦੇ ਜਹਾਜ਼ ਅੰਬਾਨੀਆਂ ਅਡਾਨੀਆਂ ਤੋਂ ਗਿਫਟ ਲਏ ਆ, ਉਹ ਕਾਨੂੰਨ ਕਿਵੇਂ ਰੱਦ ਕਰਨਗੇ? ਸ਼ਾਇਦ ਬੀਜੇਪੀ ਮੰਨ ਵੀ ਜਾਂਦੀ, ਪਰ ਜਿਹੜੇ ਪਿੱਛੇ ਬੈਠੇ ਕੋਆਪਰੇਟਿਵ ਘਰਾਣੇ ਆ ਉਹ ਮੰਨਣ ਨਹੀਂ ਦਿੰਦੇ। ਸਿਕਿਉਰਿਟੀ ਦੀ ਮੈਂ ਇਹ ਗੱਲ ਕਰਾਂ, ਦੇਖੋ ਸਾਡੇ ਸਟੇਟ ਦੇ ਜੇ ਕੋਈ ਲੀਡਰ ਹੁੰਦੇ ਆ, ਜੇ ਕਿਸੇ ਦੀ ਕੋਈ ਖਤਰਾ ਜਾਂ ਕੋਈ ਨੁਕਸਾਨ ਹੈ, ਕਿ ਵਧੀਆ ਸ਼ਾਂਤਮਈ ਢੰਗ ਨਾਲ ਸਾਡਾ ਪ੍ਰੋਟੈਸਟ ਚੱਲਿਆ, ਕਿੱਡੀ ਵੱਡੀ ਮੂਵਮੈਂਟ ਗਈ ਇੰਟਰਨੈਸ਼ਨਲ ਲੈਵਲ ਤੇ, ਨੈਸ਼ਨਲ ਲੈਵਲ ਤੇ, ਇੰਗਲੈਂਡ, ਆਸਟ੍ਰੇਲੀਆ, ਕੈਨੇਡਾ, USA ਤੱਕ, ਜਿਹੜਾ ਉੱਥੇ ਸਾਡੇ ਪੰਜਾਬੀਆਂ ਨੇ, NRI ਭਰਾਵਾਂ ਨੇ ਸਮਰਥਨ ਦਿੱਤਾ। ਤਾਂ ਚਲੋ ਕਹਿਣ ਦੀਆਂ ਗੱਲਾਂ ਨੇ। ਕੇਜਰੀਵਾਲ ਸਾਹਿਬ, ਮੈਂ ਅੱਜ ਕੋਈ ਸਿਆਸੀ ਬਹਿਸ 'ਚ ਨਹੀਂ ਪੈਣਾ ਚਾਹੁੰਦਾ, ਮੈਂ ਅੱਜ ਆਪਾਂ ਕਿਸਾਨਾਂ ਦੀ ਗੱਲ ਕਰਨ ਆਏ ਆ ਕਿ ਕੋਆਪਰੇਟਿਵ ਘਰਾਣਿਆਂ ਦਾ ਮੈਂ ਅੱਗੇ ਗੱਲ ਕੀਤੀ ਸੀ। ਵਾਲੀਆ ਸਾਹਿਬ, ਮੈਂ ਕਰਨੀ ਬਣਦੀ ਵੀ ਆ ਪੰਜਾਬ ਦੇ ਯੂਥ ਨੂੰ, ਇੱਕ ਨੌਜਵਾਨ ਹੋਣ ਦੇ ਨਾਤੇ ਸੁਨੇਹਾ ਦੇਣਾ ਚਾਹੁੰਦਾ ਕਿ ਇਹ ਹਾਰ ਨੂੰ ਤਕੜਾ ਕਰਨ ਤੇ ਲੱਗੀ ਆ। ਅੱਜ BSNL ਸਾਹਾਂ ਤੇ ਹੈ। ਅਸੀਂ ਇੱਕ ਮੁਹਿੰਮ ਦਾ ਆਗਾਜ਼ ਕੀਤਾ ਕਿ BSNL ਦੀਆਂ ਸਿਮਾਂ ਜਿਹੜੀਆਂ ਲੋਕਾਂ ਨੂੰ ਪ੍ਰੋਵਾਈਡ ਕਰਾ ਰਹੇ ਆ ਮੁਫਤ ਦੇ ਵਿੱਚ, ਜੀਓ ਤੋਂ ਪੋਰਟ ਕਰਾ ਕੇ। BSNL ਦਾ ਇੱਕ ਮੁਲਾਜ਼ਮ ਮੇਰੇ ਕੋਲ ਆਇਆ, ਕਹਿੰਦਾ ਮੈਨੂੰ ਭਾਵੇਂ ਨੌਕਰੀ ਛੱਡਣੀ ਪਵੇ ਕਿ ਜਿਹੜਾ ਅਸੀਂ BSNL ਪਹਿਲੇ ਦਿਨ ਹੀ ਬੀਜੇਪੀ ਦੀ ਪੰਜਾਬ ਯੂਨਿਟ ਨੇ ਵੀ ਇਹ ਤਾਂ ਨੁਕਸਾਨ ਹੋ ਜਾਊਗਾ, ਅਸੀਂ ਇੱਥੇ ਹੁਣੇ ਸਾਰੇ ਅਸਤੀਫੇ ਦਿੰਨੇ ਆ। ਤੇ ਸ਼ਾਇਦ ਹੋ ਸਕਦਾ ਵੀ ਕੋਈ 1-ਅੱਧਾ% ਉੱਥੇ ਆਸ ਹੈ ਜਿਹੜੀ ਉਹ ਬਣਦੀ ਸੀਗੀ। ਪਰ ਅਜੇ ਵੀ ਜਿਹੜਾ ਕਿਸਾਨਾਂ ਦਾ ਸਬਰ ਹੈ, ਜਿਹੜਾ ਉਹਦੇ ਸਬਰ ਦਾ ਇਮਤਿਹਾਨ ਲਿਆ ਜਾ ਰਿਹਾ। ਬਿਲਕੁਲ ਕਿਸਾਨ ਪਿੱਛੇ ਨਹੀਂ ਹਟਣਾ ਚਾਹੀਦਾ। ਜੇ ਅੱਜ ਅਸੀਂ ਪਿੱਛੇ ਹਟ ਗਏ, ਮੇਰੀ ਬੇਨਤੀ ਵਾਲੀਆ ਸਾਹਿਬ, ਜੇ ਅੱਜ ਅਸੀਂ ਪਿੱਛੇ ਹਟ ਗਏ ਤੇ ਸਾਡੇ ਪੰਜਾਬੀਅਤ ਤੇ ਅਤੇ ਕਿਸੇ ਅੰਦੋਲਨ ਤੇ ਕਦੀ ਲੋਕਾਂ ਨੇ ਸਾਥ ਨਹੀਂ ਦੇਣਾ। ਹੋ ਸਕਦਾ ਕਿਸਾਨ ਯੂਨੀਅਨ ਦੇ ਲੀਡਰ ਇਹ ਗੱਲ ਕਹਿ ਦਿੰਦੇ ਵੀ MSP ਦੀ ਗਾਰੰਟੀ ਮਿਲ ਗਈ ਤੇ ਅਸੀਂ ਅੰਦੋਲਨ ਨੂੰ ਪਿੱਛੇ ਲੈਨੇ ਆ, ਜਾਂ ਕੋਈ ਹੋਰ ਜਿਹੜੇ ਸਾਡੇ ਆਗੂ ਉੱਥੇ ਸਮਾਜ ਸੇਵੀ ਲੱਗੇ ਆ, ਸ਼ਾਇਦ ਉਹ ਇਹ ਗੱਲ ਕਹਿ ਦਿੰਦੇ। ਪਰ ਜਿਹੜਾ ਆਵਾਮ ਦੀ ਗੱਲ ਹੈ, ਆਵਾਮ ਦੀ 99% ਛੱਡ ਕੇ 100% ਇਹ ਗੱਲ ਹੈ ਕਿ ਅਸੀਂ ਪੂਰਨ ਤੌਰ ਤੇ ਕਾਨੂੰਨ ਰੱਦ ਕਰਾਉਣੇ ਆ। ਇਹ ਤਿੰਨੇ ਕਾਨੂੰਨ, ਚਾਹੇ ਕਿਸਾਨ ਉਤਪਾਦ ਵਪਾਰਕ ਐਂਡ ਵਪਾਰਕ ਸੈੱਲ ਜ਼ਰੂਰੀ ਵਸਤਾਂ ਦੀ ਐਕਟ 1955 ਚ ਸੋਧ ਕੀਤੀ ਹੈ, ਚਾਹੇ ਮੁੱਲ ਬੀਮਾ ਫਾਰਮ ਸੇਵਾਵਾਂ ਸਮਝੌਤਾ ਜਿਹੜਾ ਇਹਨਾਂ ਦਾ ਐਕਟ ਹੈ, ਤਿੰਨੇ ਕਾਨੂੰਨ ਹੈ ਜਿਹੜੇ ਕਿਸਾਨਾਂ ਲਈ ਘਾਤਕ ਨੇ। ਦੇਸ਼ ਦੇ ਚੰਗੇ 10 ਅਰਥ ਸ਼ਾਸਤਰਾਂ ਨੇ ਵੀ ਇਹ ਗੱਲ ਕੀਤੀ ਹੈ ਵੀ ਇਹ ਜਿਹੜੇ ਛੋਟੇ ਕਿਸਾਨ ਨੂੰ ਇਹ ਮਾਰ ਦੇਣਗੇ, ਜੇ ਅੱਜ ਮੂੰਹ ਦੇ ਵਿੱਚੋਂ ਕਿਸਾਨਾਂ ਦੇ ਰੋਟੀ ਖਾਣਗੇ ਤੇ ਕਿਸਾਨ ਬਖਸ਼ਣਗੇ ਨਹੀਂ ਇਹਨੂੰ। ਗਿੱਲ ਸਾਹਿਬ ਅੱਗੇ ਜਾਣਾ, ਮੈਂ ਜਿਹੜੀ ਗੱਲ ਤੁਸੀਂ ਕੀਤੀ ਹੈ, ਦੋਨੇ ਗੱਲਾਂ ਦੇ ਵਿੱਚ ਸੇਵਾ ਮੁਕਤ ਕਰ ਦਿੱਤੇ ਗਏ, ਜਬਰੀ ਰਿਟਾਇਰ ਕਰ ਦਿੱਤੇ ਗਏ ਉਹਨਾਂ ਦੇ ਕਰਮਚਾਰੀ, ਤੇ ਉਸ ਨੂੰ ਹੁਣ ਉਹਨਾਂ ਦਾ ਸ਼ੇਅਰ ਸਾਰੇ ਮਾਰਕੀਟ 'ਚ 10% ਹੈ। ਮੈਂ ਪਹਿਲਾਂ ਵੀ ਕਿਹਾ ਕਿ ਪਬਲਿਕ ਸੈਕਟਰ ਦਾ ਡਰ ਜਿਹੜੀ ਸਰਕਾਰ ਨੂੰ ਹੈ ਕਿ ਜਿਹੜੇ ਇਹ ਕਰਮਚਾਰੀ ਨੇ, ਜਿਹੜੇ ਸਰਕਾਰੀ ਮਹਿਕਮਿਆਂ 'ਚ ਜਿਹੜੇ ਪਬਲਿਕ ਸੈਕਟਰ ਸੀ, ਜੇ ਜਾ ਕੇ ਉਹ ਦੱਸ ਦਿੰਦੇ ਨੇ ਵੀ ਕਿਸ ਤਰੀਕੇ ਨਾਲ ਸਾਡੇ ਅਦਾਰੇ ਨੂੰ ਨੁਕਸਾਨ ਇਸ ਕਰਕੇ ਬਚਾਇਆ ਗਿਆ ਕਿ ਅਸੀਂ ਤਰਕ ਘਟ ਸਕੀਏ ਪ੍ਰਾਈਵੇਟ ਪਲੇਅਰਾਂ ਨੂੰ ਅੰਦਰ ਲਿਆਉਣ ਦਾ, ਉਹ ਸਾਰਾ ਕੁਝ ਸਾਨੂੰ ਦਿਖਦਾ ਹੈ, ਨਜ਼ਰ ਆਉਂਦਾ ਹੈ। ਚੰਗੀ ਗੱਲ ਕੀਤੀ ਹੈ ਜਿਹੜੀ ਇਹਨਾਂ ਨੇ। ਜੇ ਪਬਲਿਕ ਸੈਕਟਰ ਸਟਰੋਂਗ ਨਾ ਹੁੰਦਾ ਤਾਂ ਕਰੋਨਾ ਦੇ ਦੌਰਾਨ ਆਪਾਂ ਦੇਖਿਆ ਪ੍ਰਾਈਵੇਟ ਹਸਪਤਾਲਾਂ ਨੇ, ਡਾਕਟਰਾਂ ਨੇ ਤਾਂ ਬਾਹਰ ਜਿਹੜਾ ਦਰਵਾਜ਼ੇ ਤੇ ਲਿਖ ਕੇ ਲਾਤਾ ਸੀ ਕਿ ਇੱਥੇ ਕੋਈ ਨਾ ਹੋ। ਸਿਰਫ ਪ੍ਰਾਈਵੇਟ ਜਿਹੜੇ ਪਲੇਅਰ ਉਹੀ ਜਿਹੜੇ ਸਰਕਾਰੀ ਹਸਪਤਾਲ ਸੀ ਉਹਨਾਂ ਨੇ ਬਚਾਇਆ। ਸਿੱਧੂ ਸਾਹਿਬ ਜਾਂਦੇ ਜਾਂਦੇ ਤੁਹਾਡੀ ਟਿੱਪਣੀ, ਲੇਕਿਨ ਉਸ ਤੋਂ ਪਹਿਲਾਂ ਧਾਰਨੀ ਸਾਹਿਬ ਇੱਕ ਲਾਈਨ 'ਚ ਕੋਈ ਗੱਲ ਜਿਹੜੀ ਕਰਨੀ ਹੈ, ਫਿਰ ਮੈਂ ਸਿੱਧੂ ਸਾਹਿਬ ਦੀ ਟਿੱਪਣੀ ਲੈਣੀ ਹੈ। ਬਿਲਕੁਲ ਬਿਲਕੁਲ। ਦੇਖੋ, ਇਹ ਰੂਬੀ ਜੀ ਨੇ ਗੱਲ ਕੀਤੀ ਹੈਗੀ ਆ। ਦੇਖੋ, ਅਸੀਂ ਇਨਕਮ ਟੈਕਸ ਪੇਅਰ ਹੈਗੇ ਆ, ਤੁਸੀਂ ਵੀ ਇਨਕਮ ਟੈਕਸ ਪੇਅਰ ਹੈਗੇ ਆ, ਸਿੱਧੂ ਸਾਹਿਬ ਵੀ ਇਨਕਮ ਟੈਕਸ ਪੇਅਰ ਹੈਗੇ ਆ। ਅਸੀਂ ਜਿਹੜਾ ਹੈਗਾ ਆਪਣੀ 10-9 ਦੀ ਕਿਰਤ ਕਮਾਈ ਦੇ ਵਿੱਚੋਂ ਜਿੰਨਾ ਵੀ ਚਾਹੇ ਥੋੜਾ ਚਾਹੇ ਵੱਧ ਕਰਦੇ ਹੈਗੇ ਆ। ਮੈਂ ਇਹਨਾਂ ਨੂੰ ਕੁਐਸਚਨ ਪੁੱਛਣਾ ਚਾਹੁੰਦਾ ਹੈ, ਦੇਖੋ ਸਾਡੇ ਵੀ ਉਹ ਜਿਹੜੇ ਹੈਗੇ CM ਹੈਗੇ ਤੇ ਉਹਨਾਂ ਨੂੰ ਸਾਰਿਆਂ ਨੂੰ ਬਰਾਬਰ ਰੱਖਣਾ ਚਾਹੀਦਾ। ਇੱਕ ਦਿਨ ਇੱਕ ਚੈਨਲ ਦੇ ਉੱਤੇ ਆਇਆ ਸੀ ਕਿ ਕੁਝ ਆਪਣੇ ਜਿਹੜੇ ਹੈਗੇ ਆ ਹਿੰਦੂ ਸੁਰੱਖਿਆ ਸਮਿਤੀ ਦੇ ਬੰਦੇ, ਕੁਝ BJP ਦੇ, ਜਿਨ੍ਹਾਂ ਨੂੰ 22 ਉਹਦੇ ਬਾਹਰਲੇ ਪਾਸੇ 2 ਬੰਦੇ ਖੜੇ ਕਰ ਦੇਣ। ਮੇਰਾ ਕਹਿਣ ਦਾ ਭਾਵ ਇਹ ਗੱਲ ਕਰ ਸਕਦਾ ਜੀ ਵਰੀਆ ਸਾਹਿਬ, ਪਲੀਜ਼ ਮੇਰੀ ਬੋਲਣ ਦਿਓ ਇੱਕ ਮਿੰਟ। ਜਿੱਥੋਂ ਤੱਕ ਤਾਂ ਪਾਪੂਲੇਸ਼ਨ ਦੀ ਗੱਲ ਹੈਗੀ ਆ, ਉਹਦੇ ਤੇ ਕੋਈ ਕੰਟਰੋਲ ਨਹੀਂ ਹੈਗਾ। ਦੂਜੇ ਪਾਸੇ ਅੱਜ ਮੋਦੀ ਸਾਹਿਬ ਝੰਡੀ ਦੇ ਰਹੇ ਹੈਗੇ ਆ ਕਿ ਮੈਂ ਡਰਾਈਵਰਲੈਸ ਟ੍ਰੇਨ ਚਲਾਉਣ ਲੱਗਾ। ਜੇ ਸਾਰਾ ਕੁਝ ਇਨਸਾਨ ਨੂੰ ਲੈਸ ਕਰ ਦੇਣਾ ਹੈਗਾ, ਪਾਪੂਲੇਸ਼ਨ ਨੂੰ ਵਧਾਈ ਜਾਣਾ ਹੈਗਾ, ਤਾਂ ਕੰਟਰੋਲ ਜਿਹੜਾ ਤੁਹਾਡਾ ਐਡਮਿਨਿਸਟ੍ਰੇਸ਼ਨ ਹੈਗੀ ਆ ਕੰਟਰੀ ਦੀ, ਉਹ ਕੀ ਹੈਗੀ ਆ, ਜ਼ੀਰੋ ਆ ਰਹੀ ਹੈ। ਉਸ ਪਾਸੇ ਨੂੰ ਜਾ ਰਿਹਾ ਹੈ।
मैं ਗਿੱਲ ਸਾਹਿਬ ਤੁਹਾਡੇ ਕੋਲ ਜਵਾਬ ਹੋਏਗਾ, ਪਰ ਗੱਲ ਇਹ ਬਿਲਕੁਲ ਠੀਕ ਹੈ। ਬਹੁਤ ਵਾਰ ਸਟੇਟਮੈਂਟਾਂ ਦੇ ਕੇ ਲੋਕਾਂ ਨੇ ਨਕਲੀ ਹਮਲੇ ਕਰਾ ਕੇ ਜਿਹੜਾ ਉਹ ਸਿਕਿਉਰਿਟੀ ਲਈ ਹੋਈ ਹੈ, ਇਹਨੂੰ ਰਿਵਿਊ ਕਰ ਲੈਣਾ ਚਾਹੀਦਾ। ਸਿੱਧੂ ਸਾਹਿਬ ਅਖੀਰ ਸਿਰਫ ਇੱਕ ਅੱਧੇ ਮਿੰਟ ਚ ਆਪਣੀ ਜੇ ਕੋਈ ਗੱਲ ਕਰਨੀ ਹੈ, ਮੈਂ ਵਾਈਂਡ ਅਪ ਕਰਨਾ ਸਾਰਾ ਪ੍ਰੋਗਰਾਮ। ਹਾਂਜੀ, ਮੈਂ ਦੋ ਤਿੰਨ ਗੱਲਾਂ ਕਹਿਣੀਆਂ ਚਾਹੁੰਦਾ। ਇੱਕ ਤੇ ਗਵਰਨਮੈਂਟ ਦੀ ਡਿਲੇ ਟੈਕਟਿਕਸ ਹੈ ਕਿ ਇਹਨਾਂ ਨੂੰ ਐਗਜ਼ਾਸਟ ਕਰ ਦਿਓ ਜੀ। ਨੰਬਰ 2, ਮੈਨੂੰ ਬੀਜੇਪੀ ਦੀ ਹਾਲਤ ਤੇ ਬਹੁਤ ਤਰਸ ਆ ਰਿਹਾ, ਤਰਸਯੋਗ ਹਾਲਤ ਹੈ। ਇੰਨੀ ਜ਼ਿਆਦਾ ਡਿਕਟੇਟੋਰੀਅਲ ਜਿਹੜੀ ਇਹਨਾਂ ਦਾ ਐਟੀਟਿਊਡ ਹੈ, ਬਿਹੇਵੀਅਰ ਹੈ, ਇਹ ਅਨਪ੍ਰੈਸੀਡੈਂਟਡ ਰਿਕੁਐਸਟ ਹੈ ਕਿ ਆਪਣੀਆਂ ਪੋਲੀਟੀਕਲ ਗੋਲੀਆਂ ਬਾਅਦ ਚ ਚਲਾ ਲਿਓ। ਇਸ ਵੇਲੇ ਕਿਰਪਾ ਕਰਕੇ ਸਿਰਫ ਤੇ ਸਿਰਫ ਜੇ ਤੁਸੀਂ ਕਨਵਿੰਸਡ ਹੋ ਕਿ ਇਹ ਗੱਲ ਠੀਕ ਹੈ, ਸੁਸਾਈਡਲ ਹੋਊਗਾ। ਜਿਸ ਹਾਲਤ ਤੱਕ ਇਹ ਗੱਲ ਪਹਿਲਾਂ ਵੀ ਆ ਚੁੱਕੀ ਹੈ, ਧਾਰਨੀ ਸਾਹਿਬ ਨੇ ਵੀ ਇਹੀ ਗੱਲ ਕਹੀ ਹੈ, ਤੁਸੀਂ ਵੀ ਇਹੀ 30 ਸਕਿੰਟ ਵਾਲੀਆ ਸਾਹਿਬ ਸਿਰ 30 ਜ਼ਰੂਰ ਗੱਲ ਕਰਨ, ਪਰ ਬਿਲਕੁਲ ਟਾਈਮ ਖਤਮ ਹੋ ਗਿਆ। ਗਿੱਲ ਸਾਹਿਬ ਮੈਂ ਮਾਫੀ ਚਾਹੂੰਗਾ, ਮੈਂ ਤਾਂ ਆਪਦੀ ਵੀ ਕੋਈ ਗੱਲ ਨਹੀਂ ਹੁਣ ਕਰਨੀ, ਸਿਰਫ ਧੰਨਵਾਦ ਕਰਨਾ ਹੈ। ਸਿੱਧੂ ਸਾਹਿਬ, ਰੂਬੀ ਗਿੱਲ, ਅਮਰਦੀਪ ਸਿੰਘ ਧਾਰਨੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਏ ਆਪਣੀ ਗੱਲ ਕਹੀ। ਪਿਆਰੇ ਦਰਸ਼ਕੋ, ਤੁਹਾਡਾ ਧੰਨਵਾਦ ਹਮੇਸ਼ਾ ਚੇਚੇ ਤੌਰ ਤੇ ਕਰਦੇ ਆ ਕਿ ਤੁਸੀਂ ਆਉਣੇ ਹੋ ਔਰ ਸਾਡੀ ਗੱਲਾਂ ਨੂੰ ਅੱਗੇ ਸੱਥਾਂ ਤੱਕ ਪਹੁੰਚਾਉਣੇ ਹੋ। ਔਰ ਨਾਲ ਮੈਂ ਜਿਹੜਾ ਇਹ ਵੀ ਸੁਨੇਹਾ ਦੇਣਾ, ਕੱਲ ਸਵੇਰੇ 8:40 ਖਬਰ ਤੇ ਨਜ਼ਰ ਹਰਜਿੰਦਰ ਵਾਲੀਆ ਸ਼ੋ, ਔਰ ਕੱਲ ਸ਼ਾਮ ਨੂੰ 5:30 ਵਜੇ ਚਰਚਾ 'ਚ ਫਿਰ ਮਿਲਾਂਗੇ। ਬਹੁਤ ਬਹੁਤ ਸ਼ੁਕਰੀਆ।